ਸੁਰਜੀਤ ਪਾਤਰ ਦੀ ਇੱਕ ਕਵਿਤਾ ਹੈ, ਆਤਮ ਉਪਦੇਸ਼। ਜਗਾਲੀਆਂ ਘੜੀਆਂ ਅਸੀਂ ਵਕਤ ਦੀਆਂ ਜਗਾਲੀਆਂ ਘੜੀਆਂ ਹਾਂ, ਵਕਤ ਦੇ ਕਿਸੇ ਹਿੰਸੇ ਤੇ ਬਸ ਐਵੇਂ ਹੀ ਖੜੀਆਂ ਹਾਂ। ਜਦੋਂ ਕੋਈ ਹਾਦਸਾ ਝੰਜੋੜਦਾ ਹੈ ਤਾਂ ਉੱਭੜ ਵਾਹੇ ਉੱਠ ਕੇ ਟਿਕ ਟਿਕ ਕਰਕੇ ਰਵਾਂ ਹੋ ਜਾਂਦੀਆਂ ਹਾਂ ਤੇ ਫੇਰ ਕਿਸੇ ਹਿੰਸੇ ਤੇ ਆ ਕੇ ਖੜੋ ਜਾਂਦੀਆਂ ਹਾਂ। ਦੇਸ਼ ਦੁਨੀਆ ਚ ਵਾਸਤੇ ਪੰਜਾਬੀਆਂ ਨੂੰ ਜੀ ਆਇਆਂ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ ਔਰ ਮੇਰੇ ਨਾਲ ਨੇ ਸੀਨੀਅਰ ਜਰਨਲਿਸਟ ਸਰਦਾਰ ਜਗਤਾਰ ਸਿੰਘ ਜੀ ਔਰ ਸਰਦਾਰ ਹਮੀਰ ਸਿੰਘ ਜੀ। ਮੈਂ ਜੀ ਆਇਆਂ ਆਖਦਾ ਜੀ। ਥੈਂਕ ਯੂ। ਸ਼ੁਕਰੀਆ ਜੀ। ਪਾਰਲੀਮੈਂਟ ਦੇ ਦੋਵਾਂ ਸਦਨਾਂ ਦੇ ਵਿੱਚ ਕੰਮ ਰੁਕ ਜਾਂਦਾ, ਹਾਊਸ ਅਡਜਰਨ ਹੋ ਜਾਂਦਾ। ਮਾਮਲਾ ਮਨੀਪੁਰ ਦਾ ਹੈ। ਮਨੀਪੁਰ 'ਚ ਹੋ ਰਹੀ ਹਿੰਸਾ ਔਰ ਜਿਸ ਤਰੀਕੇ ਨਾਲ ਕੱਲ੍ਹ ਦੀਆਂ ਘਟਨਾਵਾਂ ਵਾਪਰੀਆਂ, ਉਹਨੂੰ ਲੈ ਕੇ ਇੱਕ ਤਰ੍ਹਾਂ ਨਾਲ ਦੇਸ਼ ਦੀ ਸਾਰੀ ਸਿਆਸਤ ਖੜੀ ਹੋ ਜਾਂਦੀ ਹੈ। ਸੱਤਾਧਾਰੀਆਂ ਦੇ ਪ੍ਰਮੁੱਖ ਮੋਦੀ ਜੀ ਵੀ ਇਹਦੇ ਤੇ ਕੁਝ ਕਹਿ ਰਿਹਾ, ਪਰ ਸਦਨ ਦੇ ਬਾਹਰ ਕਹਿ ਰਿਹਾ। ਇਸ ਮਾਮਲੇ ਨੂੰ ਲੈਂਦੇ ਆ ਵਿਧੀਵਤ ਤਰੀਕੇ ਨਾਲ, ਕਿਵੇਂ ਇਹ ਸਭ ਵਾਪਰ ਰਿਹਾ। ਦਿੱਲੀ ਦੇ ਨਾਲ ਸੰਬੰਧਿਤ ਆਰਡੀਨੈਂਸ ਜਿਹੜਾ ਕੇਂਦਰੀ ਕੈਬਨਿਟ 'ਚ ਆਇਆ ਸੀ, ਉਹ ਸੁਣਵਾਈ ਅਧੀਨ ਸੀ ਸੁਪਰੀਮ ਕੋਰਟ ਦੇ ਵਿੱਚ ਔਰ ਉਹਨੂੰ ਸੰਵਿਧਾਨਕ ਬੈਂਚ ਦੇ ਹਵਾਲੇ ਕਰਤਾ ਗਿਆ। ਇਹਦੇ ਵੀ ਕਾਨੂੰਨੀ ਨੁਕਤਾ ਨਿਗਾਹ ਤੋਂ ਸਮਝਣ ਦਾ ਯਤਨ ਕਰਦੇ ਆ ਮਾਹਿਰਾਂ ਕੋਲੋਂ ਕਿ ਕੀ ਜਦੋਂ ਇਸ ਤਰ੍ਹਾਂ ਕਿਸੇ ਸੰਵਿਧਾਨਕ ਬੈਂਚ ਕੋਲ ਮਾਮਲਾ ਹੁੰਦਾ ਤਾਂ ਉਹਦੇ ਉੱਤੇ ਪਾਰਲੀਮੈਂਟ ਫਿਰ ਵੀ ਸਮਾਨਾਂਤਰ ਫੈਸਲਾ ਕਰ ਸਕਦੀ ਹੈ। ਵੈਸੇ ਤਾਂ ਇਹ ਦੋਨੇ ਇੰਡੀਪੈਂਡੈਂਟ ਨੇ, ਸੁਤੰਤਰ ਇਕਾਈਆਂ ਨੇ। ਕੀ ਪਾਰਲੀਮੈਂਟ ਦੇ ਵਿੱਚ, ਲੋਕ ਸਭਾ ਦੇ ਵਿੱਚ, ਰਾਜ ਸਭਾ ਦੇ ਵਿੱਚ ਇਹ ਐਕਟ ਬਣ ਜਾਊਗਾ, ਕਾਨੂੰਨ ਬਣ ਜਾਊਗਾ, ਆਰਡੀਨੈਂਸ ਫਿਰ ਵੀ, ਜਾਂ ਇਹਦੇ ਤੇ ਕੋਈ ਰੋਕ ਲੱਗ ਜਾਂਦੀ ਹੈ? ਤੀਜਾ ਮਾਮਲਾ ਪੰਜਾਬ ਦੀ ਦੁੱਖ ਦੀ ਰਗ ਹੈ, ਖਾਸ ਤੌਰ ਤੇ ਸਿੱਖ ਭਾਵਨਾਵਾਂ ਨਾਲ ਜੁੜਿਆ ਮਾਮਲਾ ਹੈ। ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਵੀ ਜ਼ਿਕਰ ਕਰ ਰਹੇ ਸੀਗੇ ਕਿ ਇਹ ਹੋ ਕੀ ਰਿਹਾ। ਡੇਰਾ ਸਿਰਸਾ ਦੇ ਪ੍ਰਮੁੱਖ ਨੂੰ ਇੱਕ ਵਾਰੀ ਫਿਰ 30 ਦਿਨਾਂ ਦੀ ਪੈਰੋਲ ਮਿਲ ਜਾਂਦੀ ਆ। ਆਖਿਰ ਕੋਈ ਕਾਇਦਾ ਕਾਨੂੰਨ ਹੈ ਕਿ ਨਹੀਂ ਹੈ? ਤੇ ਲਾਸਟ ਵਿੱਚ ਜਾਵਾਂਗੇ, ਪੰਜਾਬ ਦੀ ਪੋਲਿਟਿਕਸ ਵਿੱਚ ਚੱਕ ਥਲ ਭਾਰੀ ਹੈ। ਪ੍ਰਤਾਪ ਸਿੰਘ ਬਾਜਵਾ ਔਰ ਕਾਂਗਰਸ ਦੇ ਸੂਬਾ ਪ੍ਰਧਾਨ ਆਪਣੇ ਸਾਥੀਆਂ ਦੇ ਨਾਲ ਜਾ ਕੇ ਗਵਰਨਰ ਪੰਜਾਬ ਨੂੰ ਮਿਲਦੇ ਨੇ ਔਰ ਉਹ ਆਪਣਾ ਇੱਕ ਮੰਗ ਪੱਤਰ ਦੇ ਕੇ ਆਉਂਦੇ ਆ ਤੇ ਸਮਾਨਾਂਤਰ ਅਕਾਲੀ ਦਲ ਇਹਨਾਂ ਦੀ ਆਪਸੀ ਮਿਲੀ ਭੁਗਤ ਦੀਆਂ ਬਾਤਾਂ ਪਾਉਂਦਾ ਰਿਹਾ। ਇਹਨਾਂ ਸਾਰੀਆਂ ਚੀਜ਼ਾਂ ਤੇ ਗੱਲ ਕਰਦੇ ਹਾਂ। ਸਭ ਤੋਂ ਪਹਿਲਾਂ ਸਰਦਾਰ ਜਗਤਾਰ ਸਿੰਘ ਜੀ, ਮੈਂ ਸਮਝਣ ਦਾ ਯਤਨ ਕਰੂੰਗਾ ਕਿਉਂਕਿ ਤੁਸੀਂ ਬੜੀ ਬਾਰੀਕੀ ਨਾਲ ਇਹਨਾਂ ਮਾਮਲਿਆਂ ਤੇ ਨਜ਼ਰਸਾਨੀ ਕਰਦੇ ਹੋ। ਜੋ ਘਟਨਾਵਾਂ ਮਨੀਪੁਰ 'ਚ ਵਾਪਰ ਰਹੀਆਂ ਔਰ ਦੇਸ਼ ਦੀ ਸਿਆਸਤ ਵਿੱਚ ਇੱਕ ਭੁਚਾਲ ਆਇਆ ਪਿਆ, ਪਾਰਲੀਮੈਂਟ ਦੇ ਦੋਵੇਂ ਸਦਨ ਨਹੀਂ ਚੱਲ ਪਾਉਂਦੇ, ਆਖਿਰ ਅਡਜਰਨ ਕਰਨੇ ਪੈਂਦੇ ਆ। ਇਹ ਸਾਰੇ ਮਾਮਲੇ ਨੂੰ ਤੁਸੀਂ ਕਿਵੇਂ ਸਮਝਿਆ, ਜ਼ਰਾ ਸੌਖੇ ਸ਼ਬਦਾਂ 'ਚ ਸਮਝਾ ਦਿਓ। ਇੰਡੀਆ ਦੈਟ ਇਜ਼ ਭਾਰਤ, ਇਹ ਸਾਡਾ ਕੰਸਟੀਟਿਊਸ਼ਨ ਕਹਿੰਦਾ ਸ਼ੁਰੂ ਇੱਥੋਂ। ਇਹ ਤਾਂ ਨਾ ਇੰਡੀਆ ਤੇ ਭਾਰਤ ਦੋਵੇਂ। ਮੈਂ ਨਾਰਮਲੀ ਲਫ਼ਜ਼ ਹਿੰਦੁਸਤਾਨ ਵਰਤਦਾ ਹੁੰਦਾ, ਪੁਰਾਣਾ ਨਾਂ ਹੈ। ਇੰਡੀਆ ਦੈਟ ਇਜ਼ ਭਾਰਤ ਜਿਹੜਾ ਮੁਲਕ ਹੈ ਦੁਨੀਆ ਦੇ ਇਸ ਵੇਲੇ ਸਭ ਤੋਂ ਵੱਡੀ ਡੈਮੋਕ੍ਰੇਸੀ ਹੈ। ਇਹਦੇ ਬਾਰੇ ਕੋਈ ਦੋ ਰਾਏ ਨਹੀਂ। ਇਸ ਡੈਮੋਕ੍ਰੇਸੀ ਦੇ ਵਿੱਚ ਇੱਕ ਟਵੀਟ ਸਰਕੂਲੇਟ ਹੋਈ ਜਿਹਦੇ 'ਚ ਮਨੀਪੁਰ ਦੀਆਂ 2 ਔਰਤਾਂ ਨੂੰ ਨੰਗੀਆਂ ਘੁਮਾਇਆ ਜਾ ਰਿਹਾ ਸੀ। ਇਹ ਮਾਨਵਤਾ ਨੂੰ ਸ਼ਰਮਸਾਰ ਕਰਨ ਵਾਲੀ ਇੱਕ ਘਟਨਾ ਹੈ। ਇਹ 63 ਦਿਨ ਪੁਰਾਣੀ ਜਾਂ 73 ਦਿਨ ਪੁਰਾਣੀ ਘਟਨਾ ਹੈ, ਅੱਜ ਦੀ ਨਹੀਂ। ਮਨੀਪੁਰ ਦੇ ਵਿੱਚ ਇੰਟਰਨੈਟ ਬੈਨ ਸੀ, ਇਸ ਕਰਕੇ ਸ਼ਾਇਦ ਬੜਾ ਟਾਈਮ ਲੱਗ ਗਿਆ ਕਿ ਸਾਰੀ ਦੁਨੀਆ ਸਾਹਮਣੇ ਇਹੋ ਜਿਹੀ ਘਟਨਾ ਆਵੇ। ਇਹ ਨਹੀਂ ਕਿ ਇਹ ਘਟਨਾ ਇਹ ਸਭ ਤੋਂ ਵੱਡੀ ਡੈਮੋਕ੍ਰੇਸੀ 'ਚ ਪਹਿਲੀ ਵਾਰੀ ਵੀ ਇਹੋ ਜਿਹੀ ਵਾਪਰੀ ਹੈ। ਇਹ ਇਹੋ ਜਿਹੀਆਂ ਸ਼ਰਮਨਾਕ ਘਟਨਾਵਾਂ ਵਾਰ-ਵਾਰ ਆਉਂਦੀਆਂ ਸੀ, ਬਾਅਦ ਦੇ ਵਿੱਚ ਜ਼ਿਕਰ ਕਰਾਂਗੇ। ਮਨੀਪੁਰ ਦੇ ਵਿੱਚ ਲਗਾਤਾਰ ਜਿਹੜੀ ਵਾਇਲੈਂਸ ਹੋ ਰਹੀ ਹੈ, ਸੈਂਕੜੇ ਲੋਕ 100 ਤੋਂ ਉੱਪਰ ਮਰ ਚੁੱਕੇ ਆ। ਜਦੋਂ ਹੋਵੇ ਤਾਂ ਸੈਂਕੜੇ ਕਹਿ ਦਿੰਦੇ ਆ, ਮਰ ਚੁੱਕੇ ਆ ਲੋਕ, ਪ੍ਰਾਪਰਟੀ ਸੜ ਚੁੱਕੀ ਹੈ। ਆਮ ਲੋਕਾਂ ਨੇ ਪੁਲਿਸ ਦੇ ਵੈਪਨਸ ਲੁੱਟ ਲਏ ਥਾਣਿਆਂ ਦੇ ਵਿੱਚੋਂ, ਕੋਈ ਗੱਲਬਾਤ ਨਹੀਂ, ਕਿਸੇ ਨੇ ਕੋਈ ਕਿੰਤੂ ਪਰੰਤੂ ਨਹੀਂ ਕੀਤਾ। ਆਰਮੀ ਵੀ ਵਿੱਚੇ ਤੁਰੇ ਫਿਰਦੇ, ਸਾਰਾ ਕੁਛ ਹੀ ਉੱਥੇ। ਹੁਣ ਜਿਹੜੀ ਇਹ ਘਟਨਾ ਹੈ, 2 ਔਰਤਾਂ ਨੂੰ ਰੇਪ ਕਰਨਾ ਤੇ ਫਿਰ ਮੁੜ ਕੇ ਉਹਨਾਂ ਨੂੰ ਨੰਗੇ ਕਰਕੇ ਘੁਮਾਉਣਾ, ਇਹਦੇ ਬਾਰੇ 10 ਦਿਨ ਬਾਅਦ FIR ਰਜਿਸਟਰ ਹੋਈ ਸੀ। ਆਪਾਂ ਇਹ ਚਲੋ ਮੰਨ ਲੈਂਦੇ ਹਾਂ ਕਿ ਇੰਟਰਨੈਟ ਬੈਨ ਕਰਕੇ ਸੋਸ਼ਲ ਮੀਡੀਆ ਦੇ ਵਿੱਚ ਨਹੀਂ ਆਈ। ਹੁਣ ਇੱਕ ਬੜਾ ਸਿੰਪਲ ਆਸਪੈਕਟ ਇੱਕ ਹੋਰ ਖੜਾ ਹੁੰਦਾ ਹੈ, ਉਹ ਹੈ ਗੌਰਮੈਂਟ ਆਫ ਇੰਡੀਆ ਦਾ। ਕਿ ਗੌਰਮੈਂਟ ਆਫ ਇੰਡੀਆ ਨੂੰ ਪਤਾ ਨਹੀਂ ਲੱਗਿਆ ਕਿ ਮਨੀਪੁਰ ਦੇ ਵਿੱਚ ਇਹ ਘਟਨਾ ਵਾਪਰ ਚੁੱਕੀ ਹੈ। FIR ਰਜਿਸਟਰ ਹੁੰਦਾ ਹੈ, 63 ਦਿਨ ਹੋ ਗਏ FIR ਨੂੰ। ਤੇ ਅੱਜ ਇੰਡੀਅਨ ਐਕਸਪ੍ਰੈਸ ਨੇ ਉਹ ਜਿਹੜੀ ਛੋਟੀ ਕੁੜੀ ਹੈ ਉਹਦੇ ਨਾਲ ਗੱਲਬਾਤ ਕੀਤੀ ਹੈ ਤੇ ਉਹ ਕਹਿੰਦੇ ਵੀ ਸਾਨੂੰ ਪੁਲਿਸ ਨੇ ਇਹਨਾਂ ਨੂੰ ਹੈਂਡਓਵਰ ਕੀਤਾ ਸੀ, ਲੋਕਾਂ ਨੂੰ ਜਿਨ੍ਹਾਂ ਨੇ ਸਾਡੇ ਰੇਪ ਕੀਤਾ, ਸਾਨੂੰ ਪਰੇਡ ਕੀਤਾ ਤੇ ਪੁਲਿਸ ਸਾਰਾ ਕੁਝ ਦੇਖ ਰਹੀ ਸੀ। ਇਹ ਕਿਸ ਲੈਵਲ ਤੇ ਆ ਕੇ ਇਹ ਘਟਨਾ ਸਾਰੀ ਵਾਪਰੀ ਹੈ, ਇਹ ਬਹੁਤ ਹੀ ਜਿਹਨੂੰ ਸ਼ਰਮਨਾਕ ਕਹਿੰਦੇ ਆ ਤਾਂ ਦੁਖਦਾਈ ਕਹਿੰਦੇ ਆ, ਉਹਦੇ ਵਿੱਚੋਂ ਹੈ। ਮੋਦੀ ਜੀ ਨੇ ਸਵੇਰੇ ਕਿਹਾ
ਪਾਰਲੀਮੈਂਟ 'ਚ ਐਂਟਰ ਕਰਨ ਤੋਂ ਪਹਿਲਾਂ ਕਿ ਅਸੀਂ ਕਿਸੇ ਨੂੰ ਸਪੇਅਰ ਨਹੀਂ ਕਰਾਂਗੇ। ਇਸ਼ੂ ਸਪੇਅਰ ਕਰਦਾ ਨਹੀਂ। ਪਹਿਲਾ ਇਸ਼ੂ, ਜੇ ਗਵਰਨਮੈਂਟ ਆਫ ਇੰਡੀਆ ਕੋਲੇ ਇਹ ਇਨਫੋਰਮੇਸ਼ਨ ਆ ਗਈ ਸੀਗੀ ਤੇ ਸਰਕਾਰ ਤੇ ਮੋਦੀ ਜੀ ਖਾਸ ਕਰਕੇ ਉਹਨਾਂ ਨੇ ਇੰਨੇ ਦਿਨ ਮਨੀਪੁਰ ਦੇ ਮਾਮਲੇ ਤੇ ਆਪਣਾ ਮੂੰਹ ਬੰਦ ਕਿਉਂ ਰੱਖਿਆ? ਇਹਦਾ ਮਤਲਬ ਇਹ ਹੈ ਕਿ ਜੇ ਇਹ ਵੀਡੀਓ ਵਾਇਰਲ ਨਾ ਹੁੰਦੀ ਤੇ ਮੋਦੀ ਜੀ ਹੁਣ ਵੀ ਚੁੱਪ ਰਹਿਣੇ ਸੀਗੇ। ਮੁਲਕ ਦਾ ਸਿਰ ਸ਼ਰਮ ਨਾਲ ਝੁਕਿਆ ਹੋਵੇ ਔਰ ਪੀਐਮ ਚੁੱਪੀ ਮੇਨਟੇਨ ਕਰ ਰਿਹਾ ਹੋਵੇ, ਇਸ ਤੋਂ ਸ਼ੌਕਿੰਗ ਹੋਰ ਕੀ ਹੋ ਸਕਦੀ ਹੈ? ਕੋਈ ਹੋਰ ਮੁਲਕ ਹੁੰਦਾ ਤੇ ਉੱਥੇ ਪੀਐਮ ਦੇ ਰੈਜ਼ਿਗਨੇਸ਼ਨ ਦੀ ਗੱਲ ਹੋਣੀ ਸੀ। ਇੰਗਲੈਂਡ ਦੇ ਵਿੱਚ ਇੱਕ ਪਾਰਟੀ ਕਰਨ ਤੇ ਕੋਵਿਡ ਦੇ ਦਿਨਾਂ ਦੇ ਵਿੱਚ ਬ੍ਰਿਟਿਸ਼ ਪ੍ਰਾਈਮ ਮਿਨਿਸਟਰ ਜੌਨਸਨ ਨੂੰ ਰਿਜ਼ਾਈਨ ਕਰਨਾ ਪਿਆ ਸੀਗਾ ਇੱਕ ਛੋਟੀ ਜਿਹੀ ਗੱਲ ਤੇ। ਕਿ ਸਾਡਾ, ਤੁਸੀਂ ਆਪਣੇ ਆਪ ਨੂੰ ਸਭ ਤੋਂ ਵੱਡੀ ਡੈਮੋਕ੍ਰੇਸੀ ਕਲੇਮ ਕਰਦੇ ਹੈ ਕਿ ਸਾਡਾ ਕੋਈ ਕ੍ਰਾਈਟੇਰੀਆ ਹੈ ਹੀ ਨਹੀਂ ਕਿਸੇ ਗੱਲ ਤੇ, ਕੋਈ ਨਾ ਮੋਰੈਲਿਟੀ ਨਾ ਐਥਿਕਸ। ਹੁਣ ਇਹ ਕਿਉਂ ਵਾਪਰ ਰਿਹਾ? ਇਹ ਉਸ ਤੋਂ ਵੀ ਇੰਪੋਰਟੈਂਟ ਹੈ। ਇਹ ਜਿਹੜੀ ਸਾਡੀ ਸਿਆਸਤ ਪੋਲਰਾਈਜ਼ਿੰਗ ਐਜ਼ ਪਾਲਿਸੀ ਚੱਲ ਰਹੀ ਹੈ, ਹਿੰਦੂਤਵਾ ਦੀ ਪਾਲਿਸੀ ਜਿਹੜੀ ਲਗਾਤਾਰ ਚੱਲ ਰਹੀ ਹੈ, ਉਹਨੇ ਮੁਲਕ ਨੂੰ ਡਿਵਾਈਡ ਕਰਤਾ ਹਰ ਲੈਵਲ ਤੇ। ਮਨੀਪੁਰ ਦੇ ਵਿੱਚ ਉਹੀ ਪਾਲਿਸੀ ਪੋਲਰਾਈਜ਼ਿੰਗ ਚੱਲ ਰਹੀ ਹੈ, ਉਹਦੇ ਵਿੱਚੋਂ ਇਹ ਸਾਰੇ ਦੁਖਾਂਤ ਵਾਪਰਦੇ ਆ। ਇਹ ਨਹੀਂ ਕਿ ਕਾਂਗਰਸ ਕਮਿਊਨਲ ਪੋਲਿਟਿਕਸ ਨੂੰ ਯੂਜ਼ ਨਹੀਂ ਸੀ ਕਰਦੀ। ਕਾਂਗਰਸ ਤੇ ਬੀਜੇਪੀ 'ਚ ਇੱਕ ਸਿੰਪਲ ਫਰਕ ਹੈ। ਮੈਂ ਜਦੋਂ ਪਹਿਲਾਂ ਕਿਹਾ ਸੀ ਕਿ ਪਹਿਲੀ ਵਾਰ ਨਹੀਂ ਵਾਪਰਿਆ, ਇਹ 1947 ਜਦੋਂ ਮੁਲਕ ਵੰਡਿਆ ਗਿਆ ਨਾ, ਉਦੋਂ ਪੰਜਾਬੀਆਂ ਨੇ ਇਸ ਤਰ੍ਹਾਂ ਹੀ ਸਫ਼ਰ ਕੀਤਾ ਸੀ। ਲੱਖਾਂ ਲੋਕ ਉਦੋਂ ਸਫ਼ਰ ਕੀਤੇ ਸੀਗੇ, ਲੱਖਾਂ ਲੋਕ ਮਾਰੇ ਗਏ, ਜਨਾਨੀਆਂ ਦੀ ਬੇਪਤੀ ਹੋਈ ਤੇ ਬਾਕੀ ਜੋ ਹੋਇਆ ਸਭ ਦੇ ਸਾਹਮਣੇ ਹੈ। ਪੰਜਾਬ ਨੇ ਰਿਕਵਰ ਕੀਤਾ ਉਹਦੇ ਵਿੱਚੋਂ, ਬੰਗਾਲ ਨੇ ਵੀ ਕੀਤਾ। ਬੰਗਾਲ ਨੇ ਘੱਟ ਸਕੇਲ ਤੇ, ਪੰਜਾਬ ਨੇ ਸਭ ਤੋਂ ਜ਼ਿਆਦਾ ਕੀਤਾ ਹੋਇਆ। ਇਹ 1984 ਨਵੰਬਰ 'ਚ ਫਿਰ ਵਾਪਰਿਆ, 2002 'ਚ ਗੁਜਰਾਤ ਦੇ ਵਿੱਚ ਫਿਰ ਵਾਪਰਿਆ। ਔਰ ਜਿਹੜੇ 2002 ਦੇ ਵਿਕਟਿਮ ਸੀਗੇ ਉਹਨਾਂ ਨੂੰ ਤਾਂ ਹੁਣ ਬਰੀ ਕਰਤਾ ਤੇ ਉਹਨਾਂ ਦੇ ਬਾਅਦ ਵਿੱਚ ਉਹਨਾਂ ਨੂੰ ਹਾਰ ਪਾਏ ਗਏ, ਉਹਨਾਂ ਦਾ ਮਾਨ ਸਨਮਾਨ ਕੀਤਾ ਗਿਆ। ਇਹ ਉਹਦੇ ਵਿੱਚੋਂ ਸਿਆਸਤ ਨਿਕਲਦੀ ਹੈ। ਜਿਹੜੇ 2002 ਦੇ ਵਿਕਟਿਮ ਨੂੰ ਤੁਸੀਂ ਹਾਰ ਪਾਏ ਨਾ, ਉਹਨਾਂ ਨੂੰ ਰਿਲੀਜ਼ ਕਰਕੇ 12 ਸਾਲ ਬਾਅਦ, ਉਹਦੇ ਵਿੱਚੋਂ ਮਨੀਪੁਰ ਵਾਪਰਿਆ। ਕਿਸੇ ਨੂੰ ਕੋਈ ਡਰ ਹੀ ਨਹੀਂਗਾ, ਜਿਹੜੀ ਪੋਲਰਾਈਜ਼ਿੰਗ ਸਿਆਸਤ ਹੈ। ਹੁਣ ਕਾਂਗਰਸ ਇਸ ਸਿਆਸਤ ਨੂੰ ਐਜ਼ ਇੰਸਟਰੂਮੈਂਟ ਯੂਜ਼ ਕਰਦੀ ਸੀ। ਮੈਂ ਫਰਕ ਦੱਸਣ ਲੱਗਿਆ ਦੋਵਾਂ ਦਾ ਕੀ ਹੈ। ਕਾਂਗਰਸ ਐਜ਼ ਇੰਸਟਰੂਮੈਂਟ ਯੂਜ਼ ਕਰਦੀ ਸੀਗੀ। ਬੀਜੇਪੀ ਦੀ ਇਹ ਹਿੰਦੂਤਵਾ ਆਈਡੀਓਲੋਜੀ ਹੈ, ਸਿਧਾਂਤ ਤੇ ਇੰਸਟਰੂਮੈਂਟ ਦੋਵਾਂ ਦਾ ਫਰਕ ਹੁੰਦਾ ਹੈ। ਇਹ ਸਿਸਟਮੈਟਿਕ ਤਰੀਕੇ ਦੇ ਨਾਲ ਹਿੰਦੁਸਤਾਨ ਨੂੰ ਡਿਵਾਈਡ ਕੀਤਾ ਜਾ ਰਿਹਾ ਹੈ। ਰਾਈਟਸ ਕਾਂਗਰਸ ਵੇਲੇ ਵੀ ਹੁੰਦੇ ਸੀਗੇ, ਲੇਕਿਨ ਉਹਨੂੰ ਐਜ਼ ਪੋਲੀਟੀਕਲ ਟੂਲ ਯੂਜ਼ ਕੀਤਾ ਜਾਂਦਾ ਸੀਗਾ ਇਲੈਕਸ਼ਨ ਵੇਲੇ। ਇਹਨਾਂ ਦੇ ਵੇਲੇ ਇਹਨਾਂ ਨੇ ਸਾਰੇ ਮੁਲਕ ਨੂੰ ਸੈਫਰਾਨਾਈਜੇਸ਼ਨ ਕਰਨ ਦੇ ਮਾਮਲੇ ਦੇ ਵਿੱਚ ਸਾਰਾ ਕੁਝ ਡਿਵਾਈਡ ਕਰਤਾ। ਪਰ ਉਹਦੇ ਨਾਲ ਗੱਲ ਖਤਮ ਨਹੀਂ ਹੁੰਦੀ। ਉਹਦੇ 'ਚੋਂ ਮਨੀਪੁਰ ਵਾਪਰਿਆ। ਇਹ ਥਾਂ ਥਾਂ ਇਹ ਸਿਆਸਤ ਵਾਪਰੀ ਰਹੇਗੀ। ਮੈਂ ਵਾਪਸ ਉੱਥੇ ਆਉਣਾ, ਜੇ ਗੌਰਮੈਂਟ ਆਫ ਇੰਡੀਆ ਨੂੰ ਪਤਾ ਸੀਗਾ ਤੇ ਗੌਰਮੈਂਟ ਆਫ ਇੰਡੀਆ ਨੂੰ ਅੱਜ ਹੀ ਪਾਰਲੀਮੈਂਟ ਦੇ ਵਿੱਚ ਇਹਦੇ ਬਾਰੇ ਬਿਆਨ ਦੇਣਾ ਚਾਹੀਦਾ ਸੀਗਾ। ਪੀਐਮ ਖੁਦ ਬੋਲਦੇ ਕਿ ਸਾਡੇ ਕੋਲ ਇਹ ਇਨਫੋਰਮੇਸ਼ਨ ਆ ਚੁੱਕੀ ਸੀਗੀ। ਇਹ ਤਾਂ ਜੇ ਨਹੀਂ ਆਈ ਨਾ, ਮੈਂ ਹੋਰ ਕਹਿਣਾ, ਉਹ ਫਿਰ ਤਾਂ ਹੋਰ ਵੀ ਖਤਰਨਾਕ ਗੱਲ ਹੈ। ਇਹਦਾ ਮਤਲਬ ਕਿ ਹਿੰਦੁਸਤਾਨ ਦੀ ਸਰਕਾਰ ਨੂੰ ਪਤਾ ਨਹੀਂ ਲੱਗ ਰਿਹਾ ਕਿ ਥੱਲੇ ਸਟੇਟ ਦੇ ਵਿੱਚ ਕੀ ਕੁਝ ਵਾਪਰ ਰਿਹਾ। ਇਹ ਸਿਕਿਉਰਿਟੀ ਐਸਪੈਕਟ ਤੋਂ ਹੋਰ ਵੀ ਖਤਰਨਾਕ ਹੈ। ਸੋ ਇਹਦੇ ਮਲਟੀਪਲ ਡਾਇਮੈਂਸ਼ਨਸ ਹੈਗੀਆਂ। ਮੇਰੇ ਖਿਆਲ ਦੇ ਵਿੱਚ ਇੱਕ ਉਸ ਪੁਆਇੰਟ ਤੇ ਜਦੋਂ ਮੋਦੀ ਜੀ ਬਾਹਰ ਦੇ ਮੁਲਕਾਂ ਜਾ ਕੇ ਵਾਹਵਾ ਖੱਟਣ ਦੀ ਕੋਸ਼ਿਸ਼ ਕਰਦੇ ਹੈ, ਉਸ ਵੇਲੇ ਹੁਣ ਇਹਦਾ ਵਰਲਡ ਇੰਟਰਨੈਸ਼ਨਲ ਲੈਵਲ ਤੇ ਤੁਹਾਡੀ ਸਭ ਤੋਂ ਵੱਡੀ ਡੈਮੋਕ੍ਰੇਸੀ ਦਾ ਇਮੇਜ ਕੀ ਜਾਏਗਾ। ਕੁਛ ਦਿਨ ਪਹਿਲਾਂ ਤਾਂ ਯੂਰਪੀਅਨ ਪਾਰਲੀਮੈਂਟ ਨੇ ਇਸੇ ਇਸ਼ੂ ਤੇ ਮਨੀਪੁਰ ਦਾ ਇਸ਼ੂ ਵੀ ਲਿਆ ਸੀ। ਉਹਨਾਂ ਨੇ ਇੱਕ ਰੈਜ਼ੋਲੂਸ਼ਨ ਪਾਸ ਕੀਤਾ ਸੀਗਾ। ਸਾਰੀ ਦੁਨੀਆ ਦੇ ਵਿੱਚ ਇਹ ਕਿਹਾ ਜਾ ਰਿਹਾ ਕਿ ਹਿੰਦੁਸਤਾਨ ਦੇ ਵਿੱਚ ਇਹ ਕੀ ਵਾਪਰ ਰਿਹਾ ਸਾਰਾ ਕੁਝ। ਸਭ ਤੋਂ ਵੱਡੀ ਸਿਆਸਤ ਹੈਗੀ ਹੈ। ਇਹਦਾ ਜਵਾਬ ਹੁਣ ਮੋਦੀ ਜੀ ਨੂੰ ਦੇਣਾ ਚਾਹੀਦਾ ਜੀ। ਸਰਦਾਰ ਹਰਮੀਤ ਸਿੰਘ ਜੀ, ਮਾਨਵਤਾ ਦੇ ਮੱਥੇ ਤੇ ਕਲੰਕ ਵਰਗੀਆਂ ਹੁੰਦੀਆਂ ਨੇ ਇਹ ਘਟਨਾਵਾਂ। ਅੱਜ ਜਿਸ ਜਗ੍ਹਾ ਤੇ ਅਸੀਂ ਬੈਠੇ ਹਾਂ, ਜੇ ਇੱਥੋਂ ਪਿਛਾਂਹ ਨੂੰ ਝਾਤੀ ਮਾਰਦੇ ਹਾਂ ਤੇ ਅਜੇ ਕੱਲ ਦੀ ਗੱਲ ਆ, ਜਦੋਂ ਹਰਿਆਣੇ ਦੇ ਵਿੱਚ ਇੱਕ ਅੰਦੋਲਨ ਦੌਰਾਨ ਵੀ ਜੋ ਔਰਤਾਂ ਦੀ ਬੇਪਤੀ ਹੋਈ ਸੀਗੀ ਔਰ ਉਹਨਾਂ ਨੂੰ ਕੋਈ ਜਿਹੜੇ ਰਾਹਾਂ 'ਚ ਜਾ ਰਹੇ ਸੀ, ਜਿਹੜੇ ਕੋਈ ਏਅਰਪੋਰਟ ਨੂੰ ਜਾ ਰਿਹਾ ਸੀ, ਕੋਈ ਦਿੱਲੀ ਤੋਂ ਕਿਸੇ ਦਿਸ਼ਾ ਨੂੰ ਇੱਧਰ ਆ ਰਿਹਾ ਸੀਗਾ, ਔਰ ਉਹ ਮੁੜ ਕੇ ਦੱਬੀਆਂ ਗਈਆਂ ਘਟਨਾਵਾਂ। ਉਦੋਂ ਵੀ ਸੜਕਾਂ ਦੇ ਉੱਤੇ ਜਾਮ ਦੌਰਾਨ ਜੋ ਕੁਝ ਵਾਪਰਿਆ ਬੜਾ ਘਿਨਾਉਣਾ ਸੀ। ਦੂਜੇ ਬੰਨੇ ਇੱਕ ਐਂਗਲ ਹੋਰ ਵੀ ਆ ਕਿ ਦਿੱਲੀ ਦੇ ਵਿੱਚ ਸਾਲ ਭਰ ਅੰਦੋਲਨ ਚੱਲਦਾ ਹੈ, ਜਿੱਥੇ ਔਰਤਾਂ ਸੁਰੱਖਿਅਤ ਫੀਲ ਕਰਦੀਆਂ ਔਰ ਆਪਣੀਆਂ ਕਹਾਣੀਆਂ ਸੁਣਾਉਂਦੀਆਂ ਕਿ ਕਿਵੇਂ ਸਾਨੂੰ ਇੱਥੇ ਇੱਜ਼ਤ ਮਿਲ ਰਹੀ ਹੈ। ਮੈਂ ਉਸ ਗੱਲ ਤੇ ਨਹੀਂ ਚਾਹੁੰਦਾ ਕਿ ਕੋਈ ਕੌਣ ਕਰ ਰਿਹਾ ਕੌਣ ਨਹੀਂ ਕਰ ਰਿਹਾ। ਦਿੱਲੀ ਦੇ ਵਿੱਚ ਹੀ 84 ਦੌਰਾਨ ਜੋ ਕੁਝ ਵਾਪਰਿਆ ਕਤਲੇਆਮ ਦੇ ਵਿੱਚ, ਔਰ ਉਸ ਤੋਂ ਪਿੱਛੇ ਸਰਦਾਰ ਜਗਤਾਰ ਸਿੰਘ ਜੀ ਨੇ ਉਹ ਸਿਲਸਿਲਾ ਦੱਸਿਆ। ਸੋ 47 ਦੇ ਵਿੱਚ ਵੀ
ਇਹ ਚੀਜ਼ਾਂ ਕੋਈ ਨਵੀਆਂ ਨਹੀਂ ਸਾਡੇ ਲਈ। ਅਸੀਂ ਇਹ ਤੋਂ ਕੋਈ ਸਬਕ ਸਿੱਖਦੇ ਹੀ ਨਹੀਂ। ਸਾਡੇ ਲਈ ਇਹ ਸਾਰੀਆਂ ਚੀਜ਼ਾਂ ਇੱਕ ਰਵਾਇਤ ਨੇ, ਟ੍ਰੈਡੀਸ਼ਨ ਨੇ ਔਰ ਹੁੰਦੀਆਂ ਰਹਿੰਦੀਆਂ ਨੇ, ਤੇ ਅਸੀਂ ਇਹਦੇ ਲਈ ਕੋਈ ਮਾਪਦੰਡ ਨਹੀਂ ਬਣਾਉਂਦੇ। ਮੈਂ ਤੁਹਾਡੇ ਤੋਂ ਸਮਝਣਾ ਚਾਹੂੰਗਾ ਇਸ ਵੇਲੇ ਸਾਡੇ ਕਲਚਰ ਦੇ ਵਿੱਚ ਵੀ ਭੈੜ ਨੇ। ਜਦੋਂ ਸਾਨੂੰ ਉਕਸਾਇਆ ਜਾਂਦਾ ਤੇ ਅਸੀਂ ਉਤਸ਼ਾਹਤ ਹੋ ਜਾਂਦੇ ਆ, ਪ੍ਰਵੋਕ ਹੋ ਜਾਂਦੇ ਆ, ਤੇ ਅਸੀਂ ਆਪਣੇ ਗਵਾਂਢੀ ਨੂੰ ਮਾਰਨ ਤੇ ਤੁੱਲ ਜਾਂਦੇ ਆ। ਸੋ ਸਾਡੀ ਐਜੂਕੇਸ਼ਨਲ ਢਾਂਚੇ ਦੇ ਵਿੱਚ ਵੀ ਫਰਕ ਨੇ। ਇਹ ਜਦੋਂ ਜਿਹੜੇ ਵਿਕਸਿਤ ਦੇਸ਼ ਹੈ, ਜਦੋਂ ਉਹਨਾਂ ਦੀ ਸਟੱਡੀ ਨੂੰ ਅਸੀਂ ਦੇਖਦੇ ਹਾਂ ਤੇ ਘੱਟੋ ਘੱਟ ਕੁਝ ਮਾਨਵੀ ਆਧਾਰਾਂ ਤੇ ਸਾਡੇ ਕਿਰਦਾਰ ਵੀ ਸਿਰਜੇ ਜਾਂਦੇ ਆ। ਸਾਡੇ ਦੇਸ਼ ਦੇ ਵਿੱਚ ਸਭ ਕੁਝ ਹੋਣ ਦੇ ਬਾਵਜੂਦ ਭਗਤੀ ਲਹਿਰਾਂ ਤੋਂ ਲੈ ਕੇ ਹਰ ਚੀਜ਼, ਬੰਦਾ ਹੈਵਾਨ ਕਦੋਂ ਹੋ ਜਾਂਦਾ ਪਤਾ ਹੀ ਨਹੀਂ ਲੱਗਦਾ। ਖੈਰ, ਮੈਂ ਗਵਰਨਮੈਂਟ ਦੇ ਨੁਕਤਾ ਨਜ਼ਰ ਤੋਂ ਕਿ ਅੱਜ ਸਦਨ ਦੇ ਦੋਵੇਂ ਹਾਊਸ ਅਡਜਰਨ ਕਰਨੇ ਪਏ, ਕੰਮਕਾਜ ਰੁਕ ਗਿਆ, ਦੇਸ਼ ਰੁਕਿਆ ਪਿਆ, ਮਨੀਪੁਰ ਸੜ ਰਿਹਾ, ਬਲ ਰਿਹਾ, ਤੇ ਪਤਾ ਨਹੀਂ ਕਿੱਥੇ ਕਦੋਂ ਕੀ ਵਾਪਰ ਜਾਣਾ, ਕੋਈ ਕੁਝ ਨਹੀਂ ਕਹਿ ਸਕਦਾ। ਕੀ ਕਹਿੰਦੇ ਹੋ? ਸੁਰਜੀਤ ਪਾਤਰ ਦੀ ਇੱਕ ਕਵਿਤਾ ਹੈ, ਆਤਮ ਉਪਦੇਸ਼। ਜਗਾਲੀਆਂ ਘੜੀਆਂ ਅਸੀਂ ਵਕਤ ਦੀਆਂ ਜਗਾਲੀਆਂ ਘੜੀਆਂ ਹਾਂ, ਵਕਤ ਦੇ ਕਿਸੇ ਹਿੰਸੇ ਤੇ ਬਸ ਐਵੇਂ ਹੀ ਖੜੀਆਂ ਹਾਂ। ਜਦੋਂ ਕੋਈ ਹਾਦਸਾ ਝੰਜੋੜਦਾ ਹੈ ਤਾਂ ਉੱਭੜ ਵਾਹੇ ਉੱਠ ਕੇ ਟਿਕ ਟਿਕ ਕਰਕੇ ਰਵਾਂ ਹੋ ਜਾਂਦੀਆਂ ਹਾਂ, ਤੇ ਫੇਰ ਕਿਸੇ ਹਿੰਸੇ ਤੇ ਆ ਕੇ ਖੜੋ ਜਾਂਦੀਆਂ ਹਾਂ। ਤੇ ਮੁੜ ਕੇ ਉਹ ਚੀਜ਼ ਨਹੀਂ ਹੈ। ਜਦੋਂ ਵੱਡਾ ਹਾਦਸਾ ਹੁੰਦਾ, ਸਾਡੀ ਪਾਰਲੀਮੈਂਟ ਹੋਵੇ, ਸਾਡੀ ਕੋਈ ਪਲੇਟਫਾਰਮ ਹੋਣ ਪੱਤਰਕਾਰਤਾ ਦੇ, ਸਾਡੀ ਦੁਨੀਆ ਦੇਸ਼ ਦੇ ਬਾਕੀ ਦੇ ਕੋਈ ਸੋਭੇ ਹੋਣ, ਉਦੋਂ ਉੱਭੜ ਵਾਹੇ ਜੇ ਉੱਠ ਕੇ ਇੱਕ ਵਾਰ ਜਾਗਦੇ ਨੇ ਵੀ ਉਹ ਇਹ ਕੀ ਹੋ ਗਿਆ, ਵੱਡਾ ਹੋ ਗਿਆ, ਬਾਕੀ ਤਾਂ ਪਤਾ ਨਹੀਂ ਕੀ ਖਤਰਨਾਕ ਹੋ ਜਾਣਾ ਇਸ ਸਾਰੇ ਮਾਮਲੇ ਦੇ ਵਿੱਚ। ਰੌਲਾ ਮਨੀਪੁਰ ਅੱਜ ਦਾ ਨਹੀਂ ਹੈ। ਅਸੀਂ ਉਹ ਆਇਰਨ ਲੇਡੀ ਭੁੱਲ ਗਏ ਹਾਂ, ਸ਼ਾਇਦ ਰੋਮ ਸ਼ਰਮੀਲਾ ਜਿਹਨੇ ਐਪਸਫਾ ਨੂੰ ਬਾਹਰ ਕਰਨ ਦੇ ਲਈ ਮਨੀਪੁਰ ਦੀ ਪੈਰਾਮਿਲਟਰੀ ਫੋਰਸਿਸ ਦੇ ਪੂਰੇ ਅੰਦਰ ਹੈੱਡਕੁਆਟਰ ਦੇ ਸਾਹਮਣੇ ਨਗਨ ਹੋ ਕੇ ਦਰਜਨਾਂ ਦੀ ਗਿਣਤੀ ਚ ਕਿਹਾ ਸੀ ਕਿ ਰੇਪ ਕਰੋ ਸਾਨੂੰ ਜਿੰਨਾ ਕਰਨਾ ਚਾਹੁੰਦੇ ਹੋ। ਉਹ ਸ਼ਰਮਸਾਰ ਸੀ। ਜਦੋਂ ਇੰਡੀਅਨ ਮੀਡੀਆ ਚ ਇੱਕ ਨਹੀਂ ਕੇਵਲ ਤਹਿਲਕਾ ਨੇ ਫੋਟੋ ਛਾਪਣ ਦੀ ਹਿੰਮਤ ਉਦੋਂ ਕੀਤੀ ਸੀ। ਉਦੋਂ ਇੱਕ ਨਵਾਂ ਪੇਪਰ ਸੀ ਜਿਹਨੂੰ ਲੱਗਦਾ ਸੀ ਕਿ ਹਾਂ ਕਿਤੇ ਨਾ ਕਿਤੇ ਛਪਣੀ ਚਾਹੀਦੀ ਹੈ, ਪਰ ਉਹ ਬਾਹਰ ਫਿਰ ਬਹੁਤ ਛਪਦਾ ਰਿਹਾ। ਉਦੋਂ ਬਾਅਦ ਉਹਦੀ ਗੱਲ ਵੀ ਬੜੀ ਹੁੰਦੀ ਰਹੀ। ਸਾਡੇ ਦੇਸ਼ ਦੇ ਕਿਸੇ ਮੀਡੀਆ ਦੀ ਵੀ ਹਿੰਮਤ ਨਹੀਂ ਸੀ ਪਈ ਕਿ ਉਹੀ ਜੀ ਫੋਟੋ ਛਾਪ ਕੇ। ਸ਼ਰਮਸਾਰ ਤਾਂ ਉਦੋਂ ਹੀ ਹੁੰਦਾ ਸੀ ਇਹ ਦੇਸ਼, ਉਦੋਂ ਬਾਅਦ ਕੀ ਉਹ ਹੋ ਜਾਣਾ। ਜਿਹੜਾ ਟ੍ਰਾਈਬਲ, ਦਲਿਤ, ਮਿਨੋਰਿਟੀ, ਇਹਦੇ ਖਿਲਾਫ ਜਿਹੜੀਆਂ ਇਹ ਐਟਰੋਸਿਟੀਜ਼ ਨੇ, 1 ਮਿੰਟ ਚ ਰੇਪ ਕਿੰਨੇ ਹੁੰਦੇ ਨੇ, 1 ਮਿੰਟ ਚ ਕਿੰਨੀਆਂ ਛੇੜਛਾੜਾਂ ਹੁੰਦੀਆਂ ਨੇ, ਰੋਜ਼ ਡਾਟਾ ਆ ਜਾਂਦਾ ਸਾਡੀ ਪਾਰਲੀਮੈਂਟ ਤੀਜੇ ਦਿਨ ਆਉਂਦਾ, ਤੇ ਉਹਦੇ ਬਾਰੇ ਉਦਮ ਕੀ ਹੁੰਦਾ ਕਿ ਕੀ ਇਹ ਸਾਰਾ ਮਾਮਲਾ ਸਾਡੇ ਸਾਹਮਣੇ ਦਿਖਾਈ ਦੇ ਰਿਹਾ। ਇੱਕ ਤਾਂ ਇਹ ਹੈ ਓਵਰਆਲ ਉਹਦੇ ਤੇ ਪਰਦਾ ਪਾਉਣਾ। ਕੀ ਐਪਸਪਾ ਹਟ ਗਿਆ? ਜਿਹੜਾ ਆਰਮਡ ਫੋਰਸਸ ਸਪੈਸ਼ਲ ਪਾਵਰ ਐਕਟ ਹੈ, ਜਿਹੜਾ ਜਿੱਥੇ ਜਿੱਥੇ ਲਾਇਆ ਹੋਇਆ, ਤੁਸੀਂ ਇਹ ਕਰਨ ਦੇ ਵਾਸਤੇ ਲਾਇਆ ਹੋਇਆ ਕਿ ਜੀ ਉੱਥੇ ਜੋ ਵੀ ਮਰਜ਼ੀ ਕਰੇਗਾ ਤੁਹਾਡਾ ਸਿਕਿਉਰਿਟੀ ਫੋਰਸਜ, ਉਹਦੇ ਤੇ ਕੋਈ ਵੀ ਮੁਕੱਦਮਾ ਨਹੀਂ ਚੱਲੇਗਾ। ਇਹ ਕਿਸੇ ਦੁਨੀਆ ਦੀ ਵੱਡੀ ਡੈਮੋਕ੍ਰੇਸੀ ਚ ਸਾਲਾਂ ਬੱਧੀ ਦੇਸ਼ ਦੇ ਕਿੰਨੇ ਹਿੱਸਿਆਂ ਦੇ ਵਿੱਚ ਇਹੋ ਜਿਹਾ ਕਾਨੂੰਨ ਚੱਲ ਸਕਦਾ? ਕਿਸੇ ਡੈਮੋਕ੍ਰੇਟਿਕ ਕੰਟਰੀ ਦੇ ਵਿੱਚ ਕਿਸੇ ਰੀਜਨ ਚ ਹੋਇਆ, ਕਿਤੇ ਗੜਬੜ ਹੋ ਗਈ, ਇੱਕ ਏਰੀਆ ਚ ਲਾਤਾ ਥੋੜੀ ਦੇਰ ਲਈ, ਇੱਕ ਏਰੀਆ ਚ ਬਾਕੀ ਲਾਤਾ ਥੋੜੀ ਦੇਰ ਲਈ, ਉਹ ਇੱਕ ਅਲੱਗ ਗੱਲ ਹੈ। 3 ਦਹਾਕਿਆਂ ਤੋਂ ਚੱਲਦਾ ਰਹੂਗਾ। ਉਹ ਤੁਸੀਂ ਕਹਿੰਦੇ ਹੋ ਸਾਡੇ ਚੋਣ ਵੀ ਹੋ ਰਹੀ ਹੈ, ਸਾਡੇ ਚੀਫ ਮਿਨਿਸਟਰ ਵੀ ਬਣ ਰਹੇ ਨੇ, ਸਾਡੀਆਂ ਸਰਕਾਰਾਂ ਵੀ ਨੇ, ਡਬਲ ਇੰਜਨ ਸਰਕਾਰ ਹੈ, ਸਿੰਗਲ ਇੰਜਨ ਸਰਕਾਰ ਹੈ। ਇਹ ਜੁਮਲੇਬਾਜ਼ੀ ਸਾਰੇ ਕਿਤੇ ਚੱਲ ਰਹੀ ਹੈ। ਇਹ ਕੇਵਲ ਜੁਮਲੇਬਾਜ਼ੀ ਹੈ ਜਿਹੜੀ ਉਸ ਪੱਧਰ ਦੇ ਉੱਤੇ ਚੱਲ ਰਹੀ ਹੈ। ਸਭ ਤੋਂ ਪਹਿਲਾ ਕੁਐਸਚਨ ਵੱਡਾ ਇਹ ਹੈ ਕਿ ਕੀ ਅਸੀਂ ਉਹਨਾਂ ਚੀਜ਼ਾਂ 'ਚ ਦਰੁਸਤੀ ਲਈ ਇੱਕ ਕਦਮ ਵੀ ਚੱਕਿਆ ਅੱਗੇ? ਔਰ ਫਿਰ ਬੰਦਿਆਂ ਦਾ ਕੁਐਸਚਨ ਤੁਸੀਂ ਦੇਖੋ, ਉਹੀ ਰੋਮ ਸ਼ਰਮੀਲਾ ਖੜੀ ਹੋ ਜਾਂਦੀ ਹੈ ਇਲੈਕਸ਼ਨ ਦੇ ਵਿੱਚ, ਇਸ ਸਿਸਟਮ ਦੇ ਵਿੱਚ ਆ ਕੇ ਵੀ ਪਾਰਟਿਸਿਪੇਟ ਕਰਦੀ ਹੈ, ਤੇ ਉਹੀ ਸਾਰਾ ਸੈਕਸ਼ਨ ਉਹਦੀ ਜ਼ਮਾਨਤ ਜ਼ਬਤ ਕਰਾਉਂਦਾ ਹੈ। 16 ਸਾਲ ਅੰਨ ਦਾ ਇੱਕ ਮਤਲਬ ਕਿਣਕਾ ਅੰਦਰ ਨਾ ਜਾਣ ਦੇਵੇ। ਇੱਕ ਉਦੋਂ ਦੀ 17-18 ਸਾਲ ਦੀ ਕੁੜੀ ਬੈਠਦੀ ਹੈ ਤੇ ਉਹ ਔਰਤ ਉਸ ਪੱਧਰ ਏਜ 'ਚ ਚਲੀ ਜਾਂਦੀ ਹੈ ਲਗਾਤਾਰ। ਦੁਨੀਆ ਨੇ ਉਹਨੂੰ ਆਇਰਨ ਲੇਡੀ ਦੇ ਖਿਤਾਬ ਦਿੱਤੇ, ਸਾਰੀ ਦੁਨੀਆ ਨੇ ਬਰਾਬਲਾ ਤੇ ਉੱਤੇ ਸਾਰੀਆਂ ਚੀਜ਼ਾਂ, ਪਰ ਅਸੀਂ ਕੀ ਕਰ ਰਹੇ ਹਾਂ? ਅਸੀਂ ਫਿਰ ਵੀ ਜਦੋਂ ਉਹਨੇ ਵਰਤ ਛੱਡਤਾ ਨਾ, ਜਿੰਨਾ ਕੁ ਛਪਿਆ, ਜਿੰਨਾ ਕੁ ਆਇਆ, ਉਹਨੂੰ ਗਾਲਾਂ ਦਿੱਤੇ, ਲੈ ਛੱਡ ਗਈ ਜੀ। ਤਾਂ ਕੋਈ ਬੰਦਾ ਕਿੰਨਾ ਚਿਰ ਲੜ ਸਕਦਾ ਕੱਲਾ ਆਪਣੀ ਜ਼ਮੀਰ ਦੇ ਲਿਹਾਜ਼ ਦੇ ਨਾਲ? ਕੀ ਕਰ ਸਕਦਾ? ਝੰਜੋੜਿਆ ਹੀ ਨਹੀਂ ਗਿਆ ਇਹ ਦੇਸ਼। ਸਾਡੇ ਕਿੰਨੇ ਲੋਕ ਜਾਣਦੇ ਹੋਣਗੇ ਕਿੰਨਾ ਚਿਰ ਕਰੇ ਕੋਈ ਤਪੱਸਿਆ ਵੀ ਕਰੇ ਕਿ ਅਸੀਂ ਉਦੋਂ ਝੰਜੋੜੇ ਜਾਵਾਂਗੇ? 16 ਸਾਲ, 18 ਸਾਲ, 20 ਸਾਲ ਯਾਦ ਦੇ ਕੀ ਕਰੇ? ਕਦੋਂ ਅਸੀਂ ਉਹ ਗੱਲ ਕਰਾਂਗੇ ਉਸ ਪੱਧਰ ਦੇ ਉੱਤੇ? ਇਸ ਲਈ ਇੱਕ ਤਾਂ ਉਹ ਪੈਟਰਨ ਹੈ ਸਾਡੇ ਇੱਕ ਕੰਟੀਨਿਊਟੀ ਦਾ। ਦੂਜਾ ਪੈਟਰਨ ਇਹ ਹੈ ਥਰੂ ਆਊਟ ਵਰਲਡ, ਇਹ ਮੈਂ ਕਹਿੰਦਾ ਐਂਟੀ ਵੂਮਨ ਮੀ ਟੂ ਮੂਵਮੈਂਟ ਚੱਲੀ ਥਰੂ ਆਊਟ ਵਰਲਡ। ਔਰਤਾਂ ਨੇ ਦੱਸਿਆ ਕਿ ਸਾਡੇ ਨਾਲ ਪਾਵਰਫੁਲ ਬੰਦਿਆਂ ਨੇ ਜਿਹੜੇ ਦਫ਼ਤਰਾਂ ਦੇ ਵਿੱਚ ਬੈਠੇ ਨੇ, ਸਭ ਤੋਂ ਜ਼ਿਆਦਾ
ਮੇਰੇ ਨਾਲ ਕੀ ਕੀਤਾ, ਮੈਨੂੰ ਕਿਵੇਂ ਮਜਬੂਰ ਕੀਤਾ, ਮੈਨੂੰ ਕਿਵੇਂ ਮਜਬੂਰ ਕੀਤਾ ਮੈਨੂੰ। ਇਹ ਪੈਟਰੀਆਰਕੀ ਦਾ ਜਿਹੜਾ ਓਵਰਆਲ ਫੰਡ ਹੈ, ਜਿਹੜਾ ਮੈਂ ਦੀ ਹਉਮੈ ਦਾ, ਇੱਜ਼ਤ ਦਾ ਸਾਰਾ ਟੋਕਰਾ ਔਰਤ ਦੇ ਸਿਰ ਤੇ ਧਰ ਦੇਣ ਦਾ ਤੇ ਉਹਨੂੰ ਵਸਤੂ ਦੀ ਤਰ੍ਹਾਂ ਵਰਤਣ ਦਾ, ਬਰਾਬਰ ਦਾ ਇਨਸਾਨ ਨਾ ਸਮਝਣ ਦਾ, ਇਹ ਦੁਨੀਆ ਦਾ ਕੋਈ ਖਿੱਤਾ ਨਹੀਂ ਹੈ ਹਜੇ ਤੱਕ ਬਣਿਆ ਜਿੱਥੇ ਇਸ ਪੱਧਰ ਦਾ। ਹਾਂ, ਸਾਡੇ ਨਾਲੋਂ ਫਰਕ ਹੈ, ਸਾਡੇ ਨਾਲੋਂ ਦੁਨੀਆ ਦੇ ਵਿੱਚ ਫਰਕ ਹੈ ਕੰਪੈਰੀਟਿਵਲੀ, ਕਿਉਂਕਿ ਉੱਥੇ ਰੂਲ ਆਫ ਲਾ ਹੈ, ਘੱਟੋ ਘੱਟ ਸਜ਼ਾ ਮਿਲ ਜਾਂਦੀ ਹੈ ਕਈ ਮਾਮਲਿਆਂ ਤੇ। ਜੇਕਰ ਕੋਈ ਕਹਿੰਦਾ ਆਹ ਗੱਲ ਹੋ ਗਈ ਕਿਤੇ, ਸਾਡੇ ਤਾਂ ਲਾ ਕਿਤੇ ਨਹੀਂ ਦਿਖਾਈ ਦਿੰਦਾ ਇਹੋ ਜਿਹੇ ਮਾਮਲਿਆਂ ਦੇ ਵਿੱਚ, ਕਾਨੂੰਨ ਕਿਤੇ ਨਹੀਂ ਦਿਖਾਈ ਦਿੰਦਾ ਇਸ ਸਾਰੇ ਮਾਮਲੇ ਦੇ ਵਿੱਚ ਕਿਤੇ ਕੋਈ ਗੱਲ ਹੋਏ ਵੀ 18 ਮਈ ਦੀ ਘਟਨਾ ਹੋਵੇ ਤੇ ਅੱਜ 20 ਜੁਲਾਈ ਨੂੰ ਅਸੀਂ ਮਤਲਬ ਗੱਲ ਕਰ ਰਹੇ ਹਾਂ, ਉਹ ਵੀ ਕਿਤੋਂ ਕੋਈ ਆ ਗਈ। ਉਹ ਇਹ ਨਹੀਂ ਕਹਿ ਰਹੇ, ਉਹ ਬੀਬੀ ਇਹ ਨਹੀਂ ਕਹਿ ਰਹੀ ਕਿ ਭੀੜ ਨੇ ਐ ਕੀਤਾ, ਉਹ ਕਹਿੰਦੀ ਭੀੜ 'ਚ ਸ਼ਾਮਲ ਪੁਲਿਸ ਹੈ ਜਿਹੜੀ, ਉਹ ਪੁਲਿਸ ਦੀ ਮੌਜੂਦਗੀ 'ਚ ਕੀਤਾ, ਪੁਲਿਸ ਉਹਨੂੰ ਹੱਲਾਸ਼ੇਰੀ ਦੇ ਰਹੀ ਹੈ, ਪੁਲਿਸ ਉਹਨੂੰ ਥਾਣੇ ਲਿਜਾ ਰਹੀ ਹੈ, ਪੁਲਿਸ ਉਹ ਸਾਰਾ ਕੁਛ ਕਰ ਰਹੀ ਹੈ। ਉਹਨਾਂ 'ਚ ਬੰਦੇ ਕੌਣ ਨੇ? ਉਹਨਾਂ 'ਚ ਇੱਕ ਬੰਦਾ ਉਹ ਵੀ ਹੈ, ਉਹ ਜਿਹੜੀ ਛੋਟੀ ਕੁੜੀ ਹੈ ਜਿਹੜੀ 20 ਸਾਲ ਦੀ 22 ਸਾਲ ਦੀ, ਉਹਦੇ ਭਰਾ ਦੇ ਦੋਸਤ ਨੇ, ਉਹਦੇ ਭਰਾਵਾਂ ਦੇ ਦੋਸਤ ਵੀ ਹੈ ਵਿੱਚ ਇੱਕ, ਮਤਲਬ ਜਾਣਨ ਵਾਲੇ ਬੰਦੇ ਨੇ। ਕੋਈ ਐ ਨਹੀਂ ਹੈ ਕਿ ਤੁਸੀਂ ਕਿਤੋਂ ਹੋਰ ਆ ਗਿਆ, ਇੱਕ ਹਜੂਮ ਆ ਗਿਆ ਸੀ, ਉਸ ਹਜੂਮ ਨੇ ਕੁਝ ਕਰ ਦਿੱਤਾ ਗਿਆ ਉਸ ਮਾਮਲੇ ਦੇ ਵਿੱਚ, ਉਹ ਵੀ ਇਕੱਲੀ ਗੱਲ ਨਹੀਂ ਹੈ। ਉਹਦਾ ਕਾਰਨ ਇਹ ਹੈ, ਨਾਰਮਲੀ ਰੇਪ ਕੇਸ ਜਿਹੜੇ ਸਾਡਾ ਕੰਟਰੀ ਦੇ ਵਿੱਚ ਹੁੰਦੇ ਨੇ ਉਹ ਜਾਣਦਿਆਂ ਦੇ ਜ਼ਿਆਦਾ ਹੁੰਦੇ ਨੇ, ਇਸ ਲਈ ਲੋਕ ਕਹਿੰਦੇ ਨੇ ਉਹਨਾਂ ਤੋਂ ਜ਼ਿਆਦਾ ਬਚਣਾ ਚਾਹੀਦਾ। ਕਾਰਨ ਕੀ ਹੈ? ਕਾਰਨ ਇੱਥੇ ਪਿਆ, ਮਤਲਬ ਮਾਈਂਡ ਸੈਟ ਦੇ ਵਿੱਚ ਓਵਰਆਲ ਸੋਸਾਇਟੀ ਦੀ ਨੂੰ ਐਜੂਕੇਟ ਕਰਨ 'ਚ, ਅਸੀਂ ਬਰਾਬਰਤਾ 'ਚ ਜਾਂ ਕਿੱਥੇ ਲੈ ਕੇ ਚੱਲੇ, ਉਹ ਤਾਂ ਇੱਕ ਅਲੱਗ ਗੱਲ ਹੈ। ਫਿਰ ਰੂਲ ਆਫ ਲਾ ਇੱਕ ਤੁਹਾਡੀ ਪੁਲਿਸ ਜਦੋਂ ਮਿਲ ਜਾਂਦੀ ਹੈ ਉਸੇ ਮਾਈਂਡ ਸੈਟ ਦੇ ਵਿੱਚ ਹੋ ਜਾਂਦੀ ਹੈ, ਜਿਹਨੂੰ ਇਹ ਮਤਲਬ ਡੈਟਰੈਂਟ ਹੈ। ਇੱਕ ਤਾਂ ਬੰਦਾ ਹੁੰਦਾ ਪੁਲਿਸ ਤੱਕ ਚਲਿਆ ਹੀ ਨਹੀਂ ਗਿਆ, ਕਿਤੇ 20 ਰੁਪਇਆ ਉੱਥੇ ਘਿਰ ਗਏ ਤੁਸੀਂ, ਤੁਹਾਡੇ ਨਾਲ ਕੁਝ ਹੋ ਗਿਆ, ਉਹ ਅਲੱਗ ਸਵਾਲ ਹੈ। ਪੁਲਿਸ ਨਾਲ ਚੱਲਦੀ, ਤਾੜੀਆਂ ਮਾਰਦੀ ਚੱਲਦੀ ਹੋਵੇ, ਸਟੇਟ ਗਵਰਨਮੈਂਟ ਕਿੱਥੇ ਹੈਗੀ ਤੇ ਉਹ ਪੁਲਿਸ ਉੱਥੇ ਉਵੇਂ ਦੀ ਉਵੇਂ ਹੈ, ਤੇ ਇੱਕ ਬੰਦਾ ਫੜ ਲਿਆ ਕਹਿੰਦੇ ਅਸੀਂ, ਜਿਹੜਾ ਉਹ ਕੁੜੀ ਨੇ ਪਛਾਣਿਆ ਸੀ, ਫੜਿਆ ਵੀ ਉਹ ਹੈ, ਬਾਕੀ ਭੀੜ ਚੋਂ ਬਾਕੀ ਨਹੀਂ ਕੁਝ ਵੀ ਕੀਤਾ ਸੀ ਅਜੇ ਤੱਕ, ਅਜੇ ਉਹ ਬੰਦਾ ਫੜਿਆ ਗਿਆ। ਉੱਥੇ ਜਿਹੜੀ ਸਰਕਾਰ ਹੈ, ਕਿੰਨਾ ਚਿਰ ਤੋਂ ਬਲੱਡ ਵਹਿ ਰਿਹਾ ਤੇ ਪ੍ਰਧਾਨ ਮੰਤਰੀ ਨੇ ਅੱਜ ਤੱਕ ਨਹੀਂ ਖਾਮੋਸ਼ੀ ਤੋੜੀ। ਮਨੀਪੁਰ ਦੇ ਵਿੱਚ ਨਾ ਗਏ, ਅਮਿਤ ਸ਼ਾਹ ਕਿੰਨੇ ਵਾਰ ਗਏ, ਉਹਨਾਂ ਦੀ ਮੌਜੂਦਗੀ 'ਚ ਜੋ ਕੁਝ ਹੁੰਦਾ ਰਿਹਾ। ਤੇ ਉਸ ਤੋਂ ਬਾਅਦ ਕੀ ਹੈ ਜੀ, ਹੁਣ ਤੱਕ ਸਰਕਾਰ ਨਹੀਂ ਟੁੱਟੀ, ਗਵਰਨਰ ਨੇ ਰਿਪੋਰਟ ਨਹੀਂ ਦਿੱਤੀ ਕਿ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਹੋ ਗਈ। ਜਦੋਂ ਇਹ ਸਿਚੁਏਸ਼ਨ ਹੋ ਗਈ, ਕੀਤਾ ਕੀ ਗਿਆ? ਉਲਟਾ ਕੀਤਾ ਗਿਆ। ਜਦੋਂ ਇਹ ਚਰਚਾ ਚੱਲ ਰਹੀ ਸੀ ਵੀ ਅੱਜ ਚੀਫ ਮਿਨਿਸਟਰ ਅਸਤੀਫਾ ਦੇਗਾ ਮਨੀਪੁਰ ਦਾ, ਜਿਹੜਾ ਮੈਜੋਰਿਟੀ ਕਮਿਊਨਿਟੀ ਹੈ, ਇਹ ਕਮਿਊਨਿਟੀ ਜਿਹੜੀ ਟ੍ਰਾਈਬਲ ਹੈ, ਉੱਥੇ ਜਿਹੜੀਆਂ ਬੀਬੀਆਂ ਦੇ ਨਾਲ ਇਹ ਗੱਲ ਹੋਈ ਹੈ, ਉਹ ਕੁਕੀ ਜੋ ਇੱਕ ਟ੍ਰਾਈਬ ਹੈ, ਜਿਹੜਾ ਮਿਨੋਰਟੀ ਟ੍ਰਾਈਬ ਹੈ, ਤੇ ਜਿਹੜਾ ਧਾਰਮਿਕ ਪੱਖੋਂ ਵੀ ਅਲੱਗ ਟਾਈਪ ਦੀ ਮਤਲਬ ਇੱਕ ਉਹਦੇ ਨਾਲ ਕਰਦਾ। ਦੂਜਾ ਜਿਹੜਾ ਹਿੰਦੂ ਤੇ ਵੀ ਟ੍ਰਾਈਬ ਹੈ, ਮੈਜੋਰਿਟੀ, ਹਜ਼ਾਰਾਂ ਦੀ ਭੀੜ ਸੀਐਮ ਦੇ ਆਲੇ ਦੁਆਲੇ ਇਕੱਠੀ ਕਰਤੀ, ਉਹ ਕਹਿੰਦੇ ਚੀਫ ਮਿਨਿਸਟਰ ਨੂੰ ਅਸਤੀਫਾ ਨਹੀਂ ਦੇਣ ਦਿਆਂਗੇ। ਮਤਲਬ ਜੋ ਮਰਜ਼ੀ ਹੁੰਦਾ ਰਹੇ, ਇਹ ਸਟੇਜ ਮੈਨੇਜ ਤੋਂ ਬਿਨਾਂ ਨਹੀਂ ਹੋ ਸਕਦਾ, ਇਹ ਡਿਜ਼ਾਈਨ ਤੋਂ ਬਿਨਾਂ ਨਹੀਂ ਹੋ ਸਕਦਾ। ਐ ਹੁਣ ਕੱਲੇ ਕੱਲੇ ਪਿੰਡ 'ਚ ਬੈਠੇ ਬੰਦੇ ਨੂੰ ਪਤਾ ਹੈ ਅਸਤੀਫਾ ਦੇਊਗਾ, ਕਿਹਨੇ ਦੱਸਿਆ ਸਾਰੇ ਕਿ ਅਸਤੀਫਾ ਦੇਵਾਂਗੇ? ਉਦੋਂ ਆਏ ਹੋ ਤੇ ਰੈਲੀ ਮੋਬਿਲਾਈਜ਼ ਕੀਤੀ ਹੋਈ ਹੈ ਨਾ ਕਿਸੇ ਨੇ, ਐਵੇਂ ਕਿਵੇਂ ਹੋ ਗਿਆ? ਮੈਂ ਤਾਂ ਦੇਖਿਆ ਨਹੀਂ ਕਦੇ ਦੁਨੀਆ 'ਚ ਸੀਐਮ ਅਸਤੀਫਾ ਦੇਵੇ ਤੇ ਉਹਨੂੰ ਲੋਕਾਂ ਨੂੰ ਰਾਤੋਂ ਰਾਤ ਖਬਰ ਪਹੁੰਚ ਜਾਂਦੀ ਹੈ ਤੇ ਇਕੱਠੇ ਹੋ ਜਾਣ। ਇਸ ਕਰਕੇ ਇਹ ਡਿਜ਼ਾਈਨ ਦਾ ਮੈਟਲ ਇਹ ਸਭ ਤੋਂ ਖਤਰਨਾਕ ਹੁੰਦਾ, ਜਦੋਂ ਇੱਕ ਸਟੇਟ ਰਲ ਕੇ ਉਹ ਸਾਰੇ ਕੁਝ ਨੂੰ ਜਸਟੀਫਾਈ ਕਰਨ ਲੱਗ ਜਾਂਦੀ ਹੈ ਚੀਜ਼ਾਂ ਨੂੰ, ਤਾਂ ਫਿਰ ਕੋਈ ਮਤਲਬ ਬਚਾਅ ਬਚਦਾ ਹੀ ਨਹੀਂ ਹੈ ਨਾ। ਬਚਾਅ ਕੀ ਹੋਊਗਾ ਉਹ ਸਾਰੇ ਮਾਮਲੇ ਦੇ ਵਿੱਚ? ਕਿਤੇ ਨਾ ਕਿਤੇ ਜਾ ਕੇ ਮਨੀਪੁਰ ਦੇ ਵਿੱਚ ਐਂਟੀ ਰੇਪ ਐਟਰੋਸਿਟੀਜ਼ ਦੀ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਇੱਕ ਵੂਮਨ ਐਸੋਸੀਏਸ਼ਨ ਬਣੀ ਹੋਈ ਹੈ, ਔਰ ਉਹ ਸੁਪਰੀਮ ਕੋਰਟ ਤੱਕ ਆਈ ਹੈ। ਸੁਪਰੀਮ ਕੋਰਟ ਨੇ ਇਹ ਕਹਿਤਾ ਬਾਰ-ਬਾਰ ਵੀ ਹਰ ਮਾਮਲੇ 'ਚ ਇਮਿਊਨਿਟੀ ਕਿਵੇਂ ਦਿੱਤੀ ਜਾ ਸਕਦੀ ਹੈ, ਐਸ ਖੁੱਲਾ ਲਾਇਸੈਂਸ ਕਿੱਥੋਂ ਦਿੱਤਾ ਜਾ ਸਕਦਾ ਤੁਹਾਨੂੰ ਇਹ ਸਾਰਾ ਕੁਝ ਕਰਨ ਨੂੰ। ਅੱਜ ਤੱਕ ਲਾਅ ਨਹੀਂ ਬਦਲਿਆ। ਸੁਪਰੀਮ ਕੋਰਟ ਕਿੱਥੇ ਗਈ? ਜਦੋਂ ਸੁਪਰੀਮ ਕੋਰਟ ਅੱਜ ਸੂਮੋਟੋ ਲੈ ਰਹੀ ਹੈ, 2 ਮਹੀਨਿਆਂ ਦਾ ਕਿੱਥੇ 2.5 ਮਹੀਨਿਆਂ ਦਾ, ਅੱਜ ਸੁਪਰੀਮ ਕੋਰਟ ਕਹਿ ਰਹੀ ਹੈ ਵੀ ਗਵਰਨਮੈਂਟ ਕੁਝ ਕਰੂਗੀ ਜਾਂ ਫਿਰ ਸਾਨੂੰ ਕਰਨਾ ਪਊਗਾ ਜੇ ਤੁਸੀਂ ਨਹੀਂ ਕਰੋਗੇ। ਤਾਂ ਮੈਂ ਕਹਿ ਰਿਹਾ ਵੀ ਉਹ ਜੰਗਾਲੀਆਂ ਘੜੀਆਂ ਵਾਂਗ ਸਾਰੀਆਂ ਸੰਸਥਾਵਾਂ 5 ਦਿਨ ਲਈ ਉੱਠਣਗੀਆਂ ਤੁਹਾਡੇ ਸਾਹਮਣੇ, ਮੁੜ ਕੇ ਖਾਮੋਸ਼ੀ ਆ ਜਾਏਗੀ। ਫਿਰ ਉਹ ਲੋਕਾਂ ਨੂੰ ਭੁਗਤਣਾ ਪਏਗਾ ਜਿਹੜਾ ਵੀ ਉਸੇ ਤਰੀਕੇ ਦੇ ਨਾਲ ਭੁਗਤਦੇ ਨੇ ਜਿਹੜੀਆਂ ਵੀ ਚੀਜ਼ਾਂ ਚੱਲਦੀਆਂ ਨੇ। ਇਸ ਕਰਕੇ ਮੇਰਾ ਉਹ ਇੱਕ ਤਾਂ ਪੈਟਰੀਆਰਕੀ ਦਾ ਜਨੂਨ ਜਿਹੜਾ ਸਾਡੇ ਦਿਮਾਗਾਂ ਦੇ ਵਿੱਚੋਂ ਕਿਵੇਂ ਨਿਕਲਣਾ, ਉਹ ਉਹਨਾਂ ਚਿਰ ਨਹੀਂ ਨਿਕਲਣਾ। ਸਾਡੇ ਸਾਹਮਣੇ ਆ ਉਹ ਲਾਅ ਬਣੇ ਨੇ, 2005 ਦਾ ਲਾਅ ਬਣਿਆ, ਕੁੜੀ ਮੁੰਡੇ ਦੀ ਬਰਾਬਰ ਦੀ ਜਾਇਦਾਦ ਦੇ ਵਿੱਚ ਹਿੱਸਾ ਲੈ ਕੇ ਦਿਖਾਵੇ ਕੁੜੀ, ਜੇ ਨਾ ਉਹੀ ਪੇਰੈਂਟਸ ਬਾਹਰ ਕੱਢ ਦੇਣ ਜਾਂ ਉਹਦੇ ਭਰਾ ਘੱਟੋ ਘੱਟ ਬਾਹਰ ਕੱਢ ਦੇਣ ਵੀ ਤੇਰਾ ਮੇਰਾ ਕੋਈ ਰਿਸ਼ਤਾ ਨਹੀਂ ਹੈ।
ਬਹੁਤ ਡੀਪ ਰੂਟਡ ਪ੍ਰੋਬਲਮ ਹੈ ਇਹ ਸੋਸਾਇਟੀ ਦੀ ਵੱਡੇ ਲੈਵਲ ਤੇ। ਪਰ ਇਹਨਾਂ ਨੂੰ ਡੀਲ ਕਰਨ ਦੇ ਵਾਸਤੇ ਆਪਾਂ ਕੋਸ਼ਿਸ਼ ਕਰਦੇ ਹੁੰਦੇ ਆ ਵੀ ਚਲੋ ਸਮਾਜ ਲਾ ਤਾਂ ਬਣੇ, ਲਾ ਦੇ ਤੌਰ ਤੇ ਇਸ ਤਰ੍ਹਾਂ ਇਹਨੂੰ ਆਪਾਂ ਇੰਪਲੀਮੈਂਟ ਕਰਾਂਗੇ ਕਿਸੇ ਨਾ ਕਿਸੇ ਰੂਪ ਦੇ ਵਿੱਚ। ਔਰ ਇਸੇ ਕਰਕੇ ਇਹ ਸਵਾਲ ਜਿਹੜਾ ਪੈਦਾ ਹੋ ਰਿਹਾ ਔਰ ਲਗਾਤਾਰ ਪੈਦਾ ਹੋ ਰਿਹਾ। ਇਹ ਤੇ ਕੋਈ ਸੰਵਾਦ ਨਹੀਂ ਹੋ ਰਿਹਾ, ਇਹਦੇ ਤੇ ਕੋਈ ਚਰਚਾ ਲਗਾਤਾਰ ਨਹੀਂ ਹੋ ਰਹੀ ਉਸ ਪੱਧਰ ਦੇ ਉੱਤੇ। ਔਰ ਕੋਈ ਵੀ ਔਰਤ ਇੰਡੀਪੈਂਡੈਂਟ ਪੋਲਿਟਿਕਸ 'ਚ ਚੱਲਣਾ ਚਾਹੇ 3500 ਬਲੇਮ ਲੱਗਦੇ ਨੇ ਕਿ ਉਹ ਕਿਹਦੀ ਰਖੇਲ ਹੈ, ਕਿਹਦੀ ਨਹੀਂ ਹੈ, ਕੀ ਹੈ। ਕੋਈ ਕਹਿੰਦਾ ਆਰਮੀ ਦੀ ਤਰ੍ਹਾਂ ਵੀ ਕੋਈ ਗੱਲ ਨਹੀਂ, ਸਾਡੇ ਬਰਾਬਰ ਸਪੇਸ ਹੈ, ਉਹ ਵੀ ਤਾਂ ਕਿਸੇ ਸੋਸ਼ਲ ਫੀਲਡ ਜਾਂ ਬਾਕੀ ਕਿਤੇ ਜਾ ਸਕਦੀ ਹੈ। ਉਹ ਮਾਈਂਡਸੈਟ ਹੈ ਜਿਹੜਾ ਓਵਰਆਲ ਸਾਡੀ ਡੈਮੋਕ੍ਰੇਸੀ ਦਾ। ਅਸੀਂ ਡੈਮੋਕ੍ਰੇਟਿਕ ਹੈ ਹੀ ਨਹੀਂ ਸੁਭਾਅ ਤੋਂ। ਮੈਨੂੰ ਇਹ ਲੱਗਦਾ ਕਹਿਣ ਦਾ ਕੁਐਸਚਨ ਨਹੀਂ ਹੁੰਦਾ ਕਿ ਸਾਡੇ ਸਿਰ ਜ਼ਿਆਦਾ ਨੇ ਔਰ ਸਿਰ ਭੀੜ 'ਚ ਕਦੋਂ ਬਦਲ ਜਾਂਦੇ ਨੇ, ਇਹ ਸਭ ਤੋਂ ਜ਼ਿਆਦਾ ਖਤਰਨਾਕ ਹੁੰਦਾ। ਇਸੇ ਕਰਕੇ ਜਿਹੜੇ ਰਾਈਟਸ ਦਾ ਕੁਐਸਚਨ ਹੈ, ਦੰਗਿਆਂ ਦਾ ਕੁਐਸਚਨ ਹੈ, ਉਹਨਾਂ ਨਾਰਥ ਈਸਟ ਸਟੇਟ 'ਚ ਛੋਟੀਆਂ ਸਟੇਟਾਂ ਨੇ ਜਿਹੜੀਆਂ ਚੱਲ ਰਹੀਆਂ ਨੇ ਔਰ ਉੱਥੇ ਤਾਂ ਲਗਾਤਾਰ ਹੀ ਗਨ ਪੁਆਇੰਟ ਤੇ ਹੀ ਸਟੇਟਾਂ ਚਲਾ ਰਹੀਆਂ ਨੇ ਕੰਮ। ਕਹਿਣ ਨੂੰ ਉੱਥੇ ਡੈਮੋਕ੍ਰੇਸੀ ਹੈ। ਜੰਮੂ ਕਸ਼ਮੀਰ ਜਿਵੇਂ ਕਰਤਾ ਲਿਆ ਕੇ ਜਿਹੜਾ ਐਫੀਡੈਵਿਟ ਗਵਰਨਮੈਂਟ ਆਫ ਇੰਡੀਆ ਨੇ ਦਿੱਤਾ ਉਹ ਹੈ ਜੇ ਫਰਾਡ ਐਫੀਡੈਵਿਟ, ਜਦ ਮਰਜੀ ਮਨੀਪੁਰ ਦਾ ਵੀ ਆ ਜਾਏਗਾ ਸੁਪਰੀਮ ਕੋਰਟ ਦੇ ਵਿੱਚ ਵੀ, ਸਾਰਾ ਕੁਝ ਸ਼ਾਂਤੀ ਹੈ ਥੋੜੇ ਬਹੁਤ ਚਿਰ ਬਾਅਦ ਉਸ ਲੈਵਲ ਦੇ ਉੱਤੇ। ਇਸੇ ਕਰਕੇ ਇਹ ਗੱਲਾਂ ਬਣੀਆਂ ਨੇ ਕਿ ਤੁਹਾਡਾ ਸਟੇਟ ਗਵਰਨਮੈਂਟਾਂ ਦਾ ਜਿਹੜੇ ਗਵਰਨਰ ਐਕਟਿਵ ਨੇ ਅੱਜ, ਉਹਦਾ ਜੇ ਬੀਜੇਪੀ ਕੁਝ ਨਹੀਂ ਕਰਦੀ ਤਾਂ ਵੀ ਉਹਦੇ ਸਾਹਮਣੇ ਦਿਖਣਾ ਪਊਗਾ ਕਿ ਤੁਹਾਡੀ ਸਰਕਾਰ ਹੈ, ਜੋ ਮਰਜ਼ੀ ਕਰਦੇ। ਵਿਰੋਧੀਆਂ ਦੀ ਸਰਕਾਰ ਹੈ ਤਾਂ ਉਹ ਇੱਕ ਪੁਆਇੰਟ ਤੇ ਤੁਹਾਨੂੰ ਜਲੀਲ ਵੀ ਕਰਨਗੇ। ਸਾਰੀਆਂ ਸਰਕਾਰਾਂ ਇਸ ਪਾਸੇ ਵੱਲ ਮੇਰਾ ਖਿਆਲ ਕਰਦੀਆਂ ਨੇ। ਉਹ ਮਾਈਂਡਸੈਟ ਨੂੰ ਬਦਲਣਾ ਬੜਾ ਜ਼ਰੂਰੀ ਚੀਜ਼ ਹੈ। ਰੂਹ ਨੂੰ ਝੰਜੋੜਨ ਵਾਲੀਆਂ ਗੱਲਾਂ ਤੁਸੀਂ ਕੀਤੀਆਂ ਨੇ। ਸਰਦਾਰ ਜਗਤਾਰ ਸਿੰਘ ਹੋਰਾਂ ਨੇ ਜਿਵੇਂ ਸ਼ੁਰੂਆਤ ਕੀਤੀ ਔਰ ਜਿਸ ਤਰੀਕੇ ਨਾਲ ਤੁਸੀਂ ਇਹਦਾ ਸਿਖਰ ਸਿਰਜਿਆ ਔਰ ਖਾਸ ਤੌਰ ਤੇ ਜਾਣਕਾਰੀ ਦੇ ਨਜ਼ਰੀਏ ਤੋਂ, ਇਤਿਹਾਸ ਦੇ ਨਜ਼ਰੀਏ ਤੋਂ, ਇਹ ਬੜੀਆਂ ਅਹਿਮ ਗੱਲਾਂ ਨੇ। ਤੁਸੀਂ ਪਾਤਰ ਸਾਹਿਬ ਨੂੰ ਕੋਟ ਕੀਤਾ ਤੇ ਉਹ ਜਦੋਂ ਇੱਕ ਜਗ੍ਹਾ ਹੋਰ ਲਿਖਦੇ ਨਾ ਵੀ ਜੇ ਲੱਗੀ ਹਾਲੇ ਤੇਰੇ ਕਾਲਜੇ ਛੁਰੀ ਨਹੀਂ, ਤਾਂ ਇਹ ਨਾ ਸਮਝ ਕਿ ਸ਼ਹਿਰ ਦੀ ਹਾਲਤ ਬੁਰੀ ਨਹੀਂ। ਸ਼ਹਿਰ ਦੀ ਹਾਲਤ ਸੱਚਮੁੱਚ ਬੁਰੀ ਆ। ਅੱਜ ਇੱਕ ਦੂਜੀ ਘਟਨਾ ਫਿਰ ਮਨ ਨੂੰ ਤਕਲੀਫ ਦਿੰਦੀ ਹੈ ਜਦੋਂ ਰੇਪ ਕੇਸਿਸ ਦੇ ਵਿੱਚ, ਮਰਡਰ ਕੇਸਿਸ ਦੇ ਵਿੱਚ ਸਜ਼ਾ ਯਾਫਤਾ ਰਾਮ ਰਹੀਮ ਸਿੰਘ ਨੂੰ ਫਿਰ 30 ਦਿਨ ਦੀ ਪੈਰੋਲ ਮਿਲ ਜਾਂਦੀ ਹੈ। ਸਰਦਾਰ ਜਗਤਾਰ ਸਿੰਘ ਦੀ ਇਹ ਪਤਾ ਨਹੀਂ ਕਿਉਂ ਆਸਥਾ ਦੇ ਨਾਂ ਤੇ ਕੀ ਕੁਝ ਹੁੰਦਾ ਰਹਿੰਦਾ। ਇਹ ਹਰੇਕ ਦਾ ਨਿੱਜ ਹੈ, ਹਰੇਕ ਦਾ ਵਿਅਕਤੀਗਤ ਮਾਮਲਾ ਹੈ। ਪਰ ਜਦੋਂ ਕੋਰਟਾਂ ਸਜ਼ਾ ਦੇ ਦਿੰਦੀਆਂ ਬਹੁਤ ਸਾਰੇ ਸਾਲ ਲੱਗ ਜਾਂਦੇ ਆ, ਬੜੀ ਲੰਬੀ ਪ੍ਰਕਿਰਿਆ, ਬੜੀ ਹਿੰਮਤ ਜਟਾਉਣੀ ਪੈਂਦੀ ਹੈ। ਜਿਹੜੇ ਲੋਕ ਲੜਦੇ ਨੇ, ਜਿਨ੍ਹਾਂ ਨੇ ਐਸੇ ਪਾਵਰਫੁਲ ਲੋਕਾਂ ਦੇ ਖਿਲਾਫ ਸਾਲਾਂ ਤੱਕ ਲੜਾਈ ਲੜੀ ਹੋਵੇ, ਸਬੂਤ ਦਿੱਤੇ, ਗਵਾਹ ਬਣੇ ਰਹੇ, ਥ੍ਰੈਟ ਆਏ, ਕਈ ਕੁਝ ਹੋਇਆ, ਪਤਾ ਨਹੀਂ ਕੀ ਔਰ ਜਿਨ੍ਹਾਂ ਅੱਗੇ ਸਰਕਾਰਾਂ ਵੀ ਝੁਕਦੀਆਂ ਤੇ ਅੱਜ ਵੀ ਝੁਕ ਰਹੀਆਂ ਨੇ। ਤੇ ਫਿਰ ਜਦੋਂ ਇਸ ਤਰ੍ਹਾਂ ਦੇ ਵਿਅਕਤੀਆਂ ਨੂੰ ਤੁਸੀਂ ਕੁਝ ਮਹੀਨਿਆਂ ਬਾਅਦ ਫਿਰ ਖੁੱਲ੍ਹਾ ਛੱਡ ਦਿੰਦੇ ਹੋ। ਅੱਜ ਸਿੰਘ ਸਾਹਿਬ ਯਾਨੀ ਰਘਬੀਰ ਸਿੰਘ, ਸ਼ਾਇਦ ਇਹ ਦੂਜੀ ਸਟੇਟਮੈਂਟ ਸੀ ਉਹਨਾਂ ਦੀ, ਇਹ ਦੂਜੀ ਉਹਨਾਂ ਨੇ, ਕਿਉਂਕਿ ਪਹਿਲਾਂ ਉਹ ਰਿਐਕਟ ਕਰ ਰਹੇ ਸੀ ਜਿਸ ਦਿਨ ਮੁੱਖ ਮੰਤਰੀ ਨੇ ਐਕਟ ਵਿੱਚ ਸੋਧ ਕੀਤੀ, ਸਿੱਖ ਗੁਰਦੁਆਰਾ ਐਕਟ ਵਿੱਚ ਤਰਮੀਮ ਕੀਤੀ, ਉਸ ਦਿਨ ਉਹਨਾਂ ਜ਼ਿਕਰ ਕੀਤਾ ਸੀ। ਅੱਜ ਫਿਰ ਉਹ ਬੜੇ ਭਾਵੁਕਤਾ ਨਾਲ ਜਿਹੜੀ ਗੱਲ ਕਰ ਰਹੇ ਆ ਤੇ ਸਰਕਾਰਾਂ ਇਹਦੇ ਉੱਤੇ ਧਿਆਨ ਹੀ ਨਹੀਂ ਦੇ ਰਹੀਆਂ। ਹਾਲਾਂਕਿ 2024 ਸਾਹਮਣੇ ਖੜਾ ਹੈ ਔਰ ਸਾਰੀਆਂ ਪਾਰਟੀਆਂ ਨੇ, ਬੀਜੇਪੀ ਸਮੇਤ ਸਭ ਨੇ ਲੋਕਾਂ ਦੇ ਸਾਹਮਣੇ ਜਾਣਾ ਹੈ। ਸਾਰੇ ਪਾਸਿਓਂ ਕੋਸ਼ਿਸ਼ ਕਰ ਰਿਹਾ ਕਿ ਅਸੀਂ ਲੋਕ ਸਮਰਥਨ ਜੁਟਾਈਏ, ਲੋਕਾਂ ਦਾ ਮਨ ਜਿੱਤੀਏ। ਪਰ ਇਸ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਹੋ ਰਹੀਆਂ, ਕਿਉਂਕਿ ਸਿਸਟਮ ਤੋਂ ਬਾਹਰ ਤਾਂ ਹੈ ਨਹੀਂ। ਹਰਿਆਣੇ ਦੇ ਵਿੱਚ ਮਸ਼ੀਨਰੀ ਦੇ ਰਹੀ ਹੋਵੇ, ਨਿਯਮਾਂ ਕਾਇਦੇ ਅਨੁਸਾਰ ਦੇ ਰਹੀ ਹੋ, ਕਿੱਦਾਂ ਦੇ ਰਹੀ ਹੋਵੇ ਮੈਨੂੰ ਨਹੀਂ ਪਤਾ, ਪਰ ਮੋਟੇ ਤੌਰ ਤੇ ਕਿ ਇੱਕ ਆਮ ਆਦਮੀ ਨੂੰ ਵੀ ਇੰਨੀ ਜਲਦੀ ਪੈਰੋਲ, ਉਹ ਵੀ ਇੰਨੀਆਂ ਸਖਤ ਸਜ਼ਾਵਾਂ ਦੇ ਤਹਿਤ ਬੰਦਾ ਅੰਦਰ ਬੈਠਾ ਹੈ ਤੇ ਉਹਨੂੰ ਤੁਸੀਂ ਜਦੋਂ ਮਰਜ਼ੀ ਘਰ ਭੇਜ ਦਿੰਦੇ ਹੋ। ਸੋ ਇਹ 30 ਦਿਨ ਦੀ ਪੈਰੋਲ ਇੱਕ ਵਾਰੀ ਫਿਰ ਭਾਵਨਾਵਾਂ ਤੇ ਤਕਲੀਫ ਪਹੁੰਚਾਉਣ ਵਾਲੀ ਹੈ। ਕੀ ਕਹਿੰਦੇ ਹੋ? ਜਿਸ ਮੁਲਕ ਦੇ ਵਿੱਚ ਇੱਕ ਜਨਾਨੀ ਦੇ ਰੇਪ ਦੇ ਵਿੱਚ ਇੱਕ ਗਰੁੱਪ ਨੂੰ 12 ਸਾਲ ਬਾਅਦ ਰਿਲੀਜ਼ ਕਰ ਦਿੱਤਾ ਜਾਵੇ ਤੇ ਮੁੜ ਕੇ ਉਸ ਏਰੀਆ ਦੀ ਸੁਸਾਇਟੀ ਉਹਨਾਂ ਦਾ ਵੈਲਕਮ ਕਰੇ, ਉੱਥੇ ਇੱਕ ਰੇਪਿਸਟ ਤੇ ਮਰਡਰਰ ਨੂੰ ਵਾਰ-ਵਾਰ ਜਿਹੜੀ ਇਹ ਪੈਰੋਲ ਮਿਲਣੀ ਹੈ ਨਾ, ਇਹ ਮੈਨੂੰ ਛੋਟੀ ਜਿਹੀ ਗੱਲ ਲੱਗਦੀ ਹੈ। ਇਹ ਅਦਰਵਾਈਜ਼ ਤਾਂ ਕਾਨੂੰਨ ਦਾ ਮਜ਼ਾਕ ਹੈ ਕਿ ਜਿਸ ਇਨਸਾਨ ਦੇ ਖਿਲਾਫ ਇੰਨੇ ਸੰਗੀਨ ਜੁਰਮਾਂ ਤੇ ਸਜ਼ਾ ਹੋਈ ਹੋਵੇ, ਉਹਨੂੰ ਕਿਹਾ ਜਾ ਸਕਦਾ ਉਹਦੇ ਬਾਰੇ ਕਿ ਇਹ ਸੁਸਾਇਟੀ ਨੂੰ ਖਤਰਾ ਨਹੀਂ ਹੈ। ਜੇ ਖਤਰਾ ਸੀ ਤੇ ਉਹਨੇ ਖਤਰਨਾਕ ਕੰਮ ਕੀਤੇ ਤੇ ਉਸੇ ਕਰਕੇ ਤੁਹਾਨੂੰ ਸਜ਼ਾ ਮਿਲੀ ਹੈ। ਪਿੱਛੇ ਜਦੋਂ ਇਹਨਾਂ ਨੂੰ ਪੈਰੋਲ ਮਿਲੀ ਸੀ, ਸੱਜਣ ਨੂੰ,
ਉਹਦੇ ਵਿੱਚ ਜਿਹੜੀ ਹਰਿਆਣਾ ਸਰਕਾਰ ਦੀ ਜੇਲ੍ਹ ਡਿਪਾਰਟਮੈਂਟ ਹੈ ਉਹਨੇ ਰਿਪੋਰਟ ਦਿੱਤੀ ਸੀ ਵੀ ਇਹਨੂੰ ਸੁਸਾਇਟੀ ਨੂੰ ਕੋਈ ਖਤਰਾ ਨਹੀਂ। ਇਸ ਤੋਂ ਹਾਸੋਹੀਣੀ ਗੱਲ ਹੋਰ ਕੀ ਹੋ ਸਕਦੀ ਹੈ? ਕਹਿੰਦੇ ਵੀ ਇਹ ਕੋਈ ਥ੍ਰੈਟ ਨਹੀਂ ਹੈ ਸੁਸਾਇਟੀ ਨੂੰ, ਤੇ ਇਹ ਤਾਂ ਧਾਰਮਿਕ ਆਦਮੀ ਹੈ। ਜੇ ਧਾਰਮਿਕ ਸੀ ਤੇ ਰੇਪ ਤੇ ਮਰਡਰ ਚ ਉਹਦੀ ਭਾਈ ਸਜ਼ਾ ਕਿਵੇਂ ਹੋਊਗੀ? ਜੇ ਉਹਨੂੰ ਰੇਪ ਤੇ ਮਰਡਰ ਦੀ ਸਜ਼ਾ ਹੋਈ ਹੈ ਫਿਰ ਉਹ ਥ੍ਰੈਟ ਕਿਵੇਂ ਨਹੀਂ ਹੈ? ਕੀ ਜਿਹੜਾ ਕਾਨੂੰਨ ਹੈ ਇਹ ਸਿਰਫ ਗਰੀਬ ਬੰਦਿਆਂ ਵਾਸਤੇ ਹੀ ਹੈ? ਅਮੀਰ ਬੰਦੇ ਵਾਸਤੇ ਕੋਈ ਕਾਨੂੰਨ ਨਹੀਂ ਹਿੰਦੁਸਤਾਨ ਦੇ ਵਿੱਚ, ਜਾਂ ਪਾਵਰਫੁਲ ਵਾਸਤੇ ਕੋਈ ਕਾਨੂੰਨ ਨਹੀਂ ਹੈ, ਸਿਆਸੀ ਲੋਕਾਂ ਵਾਸਤੇ ਕੋਈ ਕਾਨੂੰਨ ਨਹੀਂ ਹੈ? ਇਹ ਕਾਨੂੰਨ ਦਾ ਇੱਕ ਮਜ਼ਾਕ ਹੈ। ਮੈਂ ਗੱਲ ਕਰੂੰਗਾ ਜਥੇਦਾਰ ਰਘਬੀਰ ਸਿੰਘ ਹੋਰਾਂ ਦੀ। ਕੀ ਇਹ ਮਸਲਾ ਸਿਰਫ ਕਾਨੂੰਨੀ ਹੈ? ਜਦੋਂ ਜਥੇਦਾਰ ਰਘਬੀਰ ਸਿੰਘ ਹੋਰੀ ਗੱਲ ਕਰਦੇ ਹੈ ਤੇ ਉਹਨਾਂ ਨੇ ਰਿਐਕਟ ਕੀਤਾ, ਬੜੀ ਵਧੀਆ ਗੱਲ ਹੈ ਕਿ ਉਹਨਾਂ ਨੂੰ ਰਿਐਕਟ ਕਰਨਾ ਚਾਹੀਦਾ ਸੀ। SGPC ਦੇ ਪ੍ਰਧਾਨ ਨੂੰ ਵੀ ਰਿਐਕਟ ਕਰਨਾ ਚਾਹੀਦਾ ਸੀਗਾ ਕਿ ਮਸਲਾ ਤਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਵੀ ਤਾਰਾਂ ਡੇਰੇ ਸੱਚੇ ਸੌਦੇ ਨਾਲ ਜੁੜੀਆਂ ਵੀ ਹੈ। ਪਰ ਜਦੋਂ ਆਪਾਂ ਇਹਨਾਂ ਦੇ ਪੈਰੋਲ ਨੂੰ ਕ੍ਰਿਟਿਸਾਈਜ਼ ਕਰਦੇ ਹਾਂ ਫਿਰ ਆਪਾਂ ਇਹ ਓਵਰਲੁੱਕ ਕਿਉਂ ਕਰ ਦਿੰਦੇ ਹਾਂ ਕਿ ਇਹ ਉਹੀ ਸੱਜਣ ਹੈ ਜਿਹਨੂੰ ਅਕਾਲ ਤਖਤ ਤੋਂ ਮਾਫੀ ਮਿਲੀ ਸੀਗੀ। ਕਿਹਦੇ ਕਹਿਣ ਤੇ? ਉਹ ਮੈਂ ਕਹਿਣ ਦੀ ਗੱਲ ਨਹੀਂ ਕਰਦਾ, ਚਲੋ ਉਸ ਤੋਂ ਪਹਿਲਾਂ ਜਥੇਦਾਰ ਅਕਾਲ ਤਖਤ ਤੇ ਉਹਨਾਂ ਦੇ ਸਾਥੀਆਂ ਨੇ ਮੀਟਿੰਗ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਅਫੀਸ਼ੀਅਲ ਘਰ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਹੋਈ ਸੀ। ਉਸ ਤੋਂ ਅਗਲੇ ਦਿਨ ਉਹਨਾਂ ਨੂੰ ਮਾਫੀ ਦੇ ਦਿੱਤੀ ਗਈ ਸੀ ਤੇ ਉਸ ਮਾਫੀ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 90 ਲੱਖ ਰੁਪਈਆ ਲਾ ਕੇ ਇਸ਼ਤਿਹਾਰ ਦੇ ਕੇ ਡਿਫੈਂਡ ਕੀਤਾ ਸੀ। ਸਿੱਖ ਸੰਸਥਾਵਾਂ ਇਸ ਮਾਮਲੇ ਤੇ ਬਰਾਬਰ ਦੀਆਂ ਗੁਨਾਹਗਾਰ। ਜੇ ਹੁਣ ਜਥੇਦਾਰ ਅਕਾਲ ਤਖਤ ਉਸ ਦੁਖਦਾਈ ਜਿਹੜਾ ਪਹਿਲੂ ਸੀਗਾ ਇਹਨਾਂ ਸੰਸਥਾਵਾਂ ਦੇ ਨਿਘਾਰ ਦਾ, ਉਹਨੂੰ ਇਗਨੋਰ ਕਰਕੇ ਸਿਰਫ ਪੈਰੋਲ ਕੁਐਸਚਨ ਕਰਨਗੇ ਨਾ, ਉਹਦੀ ਇਫੈਕਟਿਵਨੈਸ ਨਹੀਂ ਹੋਏਗੀ। ਇਹ ਸੰਸਥਾਵਾਂ ਮੰਨ ਕੇ ਪਹਿਲਾਂ ਚੱਲਣ ਕੇ ਸਾਥੋਂ ਇਹ ਗਲਤੀਆਂ ਹੋਈਆਂ ਵੀ ਹੈ। ਉਹ ਠੀਕ ਹੈ ਕਿ ਮੁੜ ਕੇ ਉਹ ਜਿਹੜਾ ਮਾਫੀਨਾਮਾ ਸੀ ਵਾਪਸ ਲੈ ਲਿਆ ਗਿਆ, ਲੇਕਿਨ ਮਾਫੀ ਤਾਂ ਨਹੀਂ ਮੰਗੀ ਗਈ। ਅਕਾਲ ਤਖਤ ਕਹਿੰਦੇ ਸਿੱਖਾਂ ਦਾ ਸਾਵਰਨ ਇੰਸਟੀਚਿਊਟ ਹੈ, ਜਿਹੜੀ ਇੰਸਟੀਟਿਊਸ਼ਨ ਹੈ, ਜਿਹੜੀ ਸਾਵਰੈਨਿਟੀ ਹੈ ਉਹ ਤਾਂ ਬੰਦੇ ਦੇ ਥਰੂ ਹੀ ਐਕਸਪ੍ਰੈਸ ਹੁੰਦੀ ਹੈ ਨਾ। ਬਿਲਡਿੰਗ ਨੇ ਤਾਂ ਬੋਲਣਾ ਨਹੀਂ, ਨਾ ਸੰਸਥਾ ਨੇ ਬੋਲਣਾ, ਉਹ ਤਾਂ ਬੰਦੇ ਜਿਹੜੇ ਉੱਥੇ ਬੈਠੇ ਉਹਨਾਂ ਨੇ ਬੋਲਣਾ। ਸੋ ਪਹਿਲਾਂ ਉਹ ਵੀ ਨਾਲ ਮਾਫੀ ਮੰਗੋ ਤੇ ਨਾਲ ਪੈਰੋਲ ਨੂੰ ਕੰਡੈਮ ਕਰੋ। ਇਹ ਸਾਰਿਆਂ ਨੂੰ ਕੰਡੈਮ ਕਰਨੀ ਚਾਹੀਦੀ ਹੈ, ਸਭ ਤੋਂ ਜ਼ਿਆਦਾ ਅਕਾਲੀ ਦਲ ਨੂੰ। ਜੀ ਸਰਦਾਰ ਹਮੀਰ ਸਿੰਘ ਜੀ, ਵਾਕਈ ਸਰਦਾਰ ਜਗਤਾਰ ਸਿੰਘ ਜੀ ਦੀ ਗੱਲ ਠੀਕ ਹੈ ਕਿ ਤਖਤ ਸਾਹਿਬ ਉਹੀ ਨੇ, ਠੀਕ ਹੈ ਜਥੇਦਾਰ ਹੁਣ ਉਹ ਨਹੀਂ ਗੱਦੀ ਨਸੀਨ, ਲੇਕਿਨ ਕੀ ਪਿਛਲੇ ਸਾਰੇ ਦੇ ਸਾਰੇ ਜਸਟੀਫਾਈਡ ਹੁੰਦੇ ਆ ਕਰਮ ਜੋ ਕੁਝ ਹੋਇਆ ਹੁੰਦਾ? ਕਿਉਂਕਿ ਜਿੰਨੇ ਵੀ ਰੈਜ਼ੋਲੂਸ਼ਨ ਆਉਂਦੇ ਨੇ, ਹੁਕਮਨਾਮਾ ਆਉਂਦੇ ਨੇ, ਆਦੇਸ਼ ਆਉਂਦੇ ਨੇ, ਉਹ ਸਾਰੇ ਦੇ ਸਾਰੇ ਤਖਤ ਸਾਹਿਬ ਵੱਲੋਂ ਜਾਂਦੇ ਨੇ, ਕਿਸੇ ਵਿਅਕਤੀ ਵਿਸ਼ੇਸ਼ ਵੱਲੋਂ ਨਹੀਂ ਜਾਂਦੇ, ਉਹ ਬਤੌਰ ਜਥੇਦਾਰ ਜਾਂਦੇ ਆ ਤੇ ਉਹ ਕੰਟੀਨਿਊਟੀ 'ਚ ਹੀ ਹੁੰਦਾ ਇਹ ਪ੍ਰੋਸੈਸ ਸਾਰਾ। ਸੋ ਗਿਆਨੀ ਰਘਬੀਰ ਸਿੰਘ ਜੇਕਰ ਅਤੀਤ ਦੇ ਨਜ਼ਰੀਏ ਤੋਂ ਇੱਕ ਵਾਰੀ ਮਾਜਰਤ ਕਰਨ ਸਮੁੱਚੇ ਰੂਪ ਦੇ ਵਿੱਚ, ਜਾਂ ਇਹਦੇ ਉੱਤੇ ਕੋਈ ਗੱਲ ਕਰਨ ਤੇ ਉਹ ਜ਼ਿਆਦਾ ਬਿਹਤਰ ਲੱਗੂਗਾ। ਇਹ ਮਾਮਲਾ ਤਾਂ 2012 ਦੇ ਵਿੱਚ ਕੇਸ ਵਾਪਸ ਲੈਣ ਦਾ ਵੀ ਬਣਦਾ ਹੈ, ਔਰ ਇਸ ਤੋਂ ਬਾਅਦ ਉਸ ਤੋਂ ਪਹਿਲਾਂ ਛੇਕਣ ਦਾ, ਫਿਰ ਮਾਫੀ ਦੇਣ ਦਾ, ਮਾਫੀ ਦੀ ਵਾਪਸ ਲੈਣ ਦੀ ਇੱਕ ਲੰਬੀ ਪ੍ਰਕਿਰਿਆ, ਔਰ ਅਕਾਲੀ ਦਲ ਨੇ ਇਹਦੇ ਵਿੱਚ ਨੁਕਸਾਨ ਸਹਿਆ। ਲੋਕ ਪਰਸੈਪਸ਼ਨ ਦੇ ਵਿੱਚ ਗੱਲ ਆਈ ਤੇ ਹੁਣ ਤੱਕ ਵੀ ਬੈਠੀ ਆ, ਘਰ ਘਰ ਗਈ ਹੈ। ਸੋ ਜਿਹੜੇ ਇਹ ਸਾਰੀ ਪ੍ਰਕਿਰਿਆ, ਇਹ ਘਟਨਾਕ੍ਰਮ ਹੈ, ਇਹਨੂੰ ਤੁਸੀਂ ਕਿਵੇਂ ਦੇਖ ਰਹੇ ਹੋ? ਜਦੋਂ ਪੈਰੋਲ ਮਿਲ ਰਹੀ ਆ ਤਾਂ ਇਹਦੇ ਵਿੱਚ ਹਰਿਆਣਾ 'ਚ ਸਿਆਸੀ ਹਿੱਤ ਧਿਆਨ 'ਚ ਰੱਖ ਕੇ ਮਿਲ ਰਹੀ ਆ, ਜਾਂ ਵਿਅਕਤੀ ਇੰਨੇ ਪਾਵਰਫੁਲ ਵੀ ਹੁੰਦੇ ਆ ਕਿ ਪੈਸਾ ਉਹਨਾਂ ਦੀ ਆਪਣੀ ਤਾਕਤ ਦੇ ਹੋਰ ਰੂਪ ਸਰੂਪ ਵੀ ਹੁੰਦੇ? ਨਹੀਂ, ਉਹ ਤਾਂ ਹੈ ਹੀ ਹੈ ਸਾਡੇ ਦੇਸ਼ ਦੇ ਵਿੱਚ। ਮੰਨ ਲਓ ਇੱਕ ਬੰਦਾ ਐਡਾ ਪ੍ਰਭਾਵਸ਼ਾਲੀ ਹੋ ਸਕਦਾ ਕਿ ਉਹਨੇ ਅਜੇ ਤਾਂ ਉਹਨੂੰ ਬਲਾਤਕਾਰ ਦੇ ਵਿੱਚ, ਕਤਲ ਦੇ ਵਿੱਚ ਮਿਲੀ ਹੈ, ਤੇ ਹੋਰ ਕਿੰਨੀਆਂ ਚੀਜ਼ਾਂ ਨੇ ਅਜੇ ਉਹਦੇ ਨਾਲ ਜੁੜੀਆਂ ਹੋਈਆਂ ਹੋਰ ਜਿਹੜੀਆਂ ਸਾਹਮਣੇ ਅਜੇ ਆਉਣੀਆਂ ਨੇ। ਜੇ ਇਨਵੈਸਟੀਗੇਸ਼ਨ ਉਸ ਤਰੀਕੇ ਦੀ ਹੋਵੇ ਜਿਸ ਢੰਗ ਨਾਲ ਚੱਲਦਾ ਹੈ, ਉਹ ਨਪੁੰਸਕ ਬਣਾਉਣ ਦੇ ਕੇਸ ਉਹ ਅਜੇ ਸਭ ਦੇ ਸਾਹਮਣੇ ਨੇ ਕਿ ਕਿਵੇਂ ਮੇਲ ਮੈਂਬਰਾਂ ਨੂੰ ਇਹ ਕਰਦੇ ਸੀ, ਕਿਵੇਂ ਹੋਰ ਕੁੜੀਆਂ ਨੂੰ ਰੱਖ ਕੇ ਉੱਥੇ ਮਹਾਰਾਣੀਆਂ ਜਾਂ ਕੋਈ ਹੋਰੇ ਘਰ ਜਾ ਬਣਾ ਕੇ ਉਸ ਲੈਵਲ ਦਾ ਜਿਹੜੀਆਂ ਚੀਜ਼ਾਂ ਸੀ, ਸਵਾਲ ਬਹੁਤ ਉੱਠ ਰਹੇ ਸੀ ਉਦੋਂ ਤੋਂ ਲੈ ਕੇ ਲਗਾਤਾਰ। ਮੇਰੇ ਖਿਆਲ ਉਹ ਇਨਵੈਸਟੀਗੇਸ਼ਨ ਵੀ ਉੱਥੇ ਹੀ ਖੜ ਗਈ, ਜਿਹੜੇ ਚ ਹੋ ਗਈ ਸਜ਼ਾ ਜਿੱਥੇ ਤੱਕ ਆ ਗਏ, ਉਹ ਬਾਕੀ ਮਾਮਲਿਆਂ ਦੇ ਵਿੱਚ ਉੱਥੇ ਹੀ ਖੜੀ ਹੈ ਗੱਲ। ਔਰ ਜੇ ਬਲਾਤਕਾਰ ਤੇ ਕਤਲ
ਇਹੋ ਜਿਹਾ ਅਪਰਾਧ ਨਹੀਂ ਹੈ ਜਿਹੜਾ ਅਪਰਾਧ ਨੂੰ ਤੁਸੀਂ ਸਭ ਤੋਂ ਮਤਲਬ ਘਿਨਾਉਣਾ ਅਪਰਾਧ ਕਹਿੰਦੇ ਹੋ, ਤਾਂ ਹੋਰ ਕਿਹੜਾ ਹੈ ਇਦੋਂ ਜ਼ਿਆਦਾ ਜਿਹਦੇ ਚ ਬਹੁਤ ਜ਼ਿਆਦਾ ਹੋ ਰਿਹਾ। ਉਹ ਵੀ ਉਹ ਬੰਦਾ ਜਿਹੜੇ ਬੰਦੇ ਕੋਲ ਇਸ ਲੈਵਲ ਦੇ ਪੈਸੇ ਦੀ ਪਾਵਰ ਹੈ, ਇੱਕ ਸੈਕਟ ਦੇ ਤੌਰ ਤੇ ਇੰਨੇ ਲੋਕਾਂ ਦੀ ਤਾਕਤ, ਸਿਰਾਂ ਦੀ ਤਾਕਤ ਹੈ, ਵੋਟ ਦੀ ਤਾਕਤ ਹੈ, ਬਾਕੀ ਚੀਜ਼ਾਂ ਨੇ, ਤਾਂ ਸੁਭਾਵਿਕ ਹੈ ਕਿ ਇਖਲਾਕੀ ਤੌਰ ਤੇ ਮੇਰਾ ਖਿਆਲ ਹੈ, ਚਾਹੇ ਉਹ ਹਰਿਆਣੇ ਦੀ ਸਰਕਾਰ ਹੋਵੇ ਜਾਂ ਜਿਹੜੀ ਮਰਜ਼ੀ ਜਿਹਨੇ ਰੂਲ ਆਫ ਲਾ ਕਰਨਾ, ਰੂਲ ਆਫ ਲਾ ਤੋਂ ਵੀ ਵੱਡੀ ਗੱਲ ਮੇਰਾ ਖਿਆਲ ਹੈ ਪਬਲਿਕ ਪਰਸੈਪਸ਼ਨ ਦੀ ਹੁੰਦੀ ਹੈ। ਸਭ ਤੋਂ ਬੜਾ ਕੁਐਸਚਨ ਕਈ ਮਾਮਲਿਆਂ ਦੇ ਵਿੱਚ, ਕਈ ਮਾਮਲਿਆਂ 'ਚ ਕਾਨੂੰਨ ਤੋਂ ਵੱਡਾ ਵੀ ਲੋਕਾਂ ਦੀ ਪਰਸੈਪਸ਼ਨ ਹੁੰਦੀ ਹੈ। ਤੇ ਜੇ ਲੋਕਾਂ ਦੇ ਦਿਮਾਗਾਂ 'ਚ ਇਹੀ ਗੱਲ ਚੱਲਦੀ ਹੈ ਕਿ ਹਾਂ ਇੱਕ ਬਲਾਤਕਾਰ ਕਰਨ ਵਾਲੇ ਬੰਦੇ ਜਾਂ ਕਾਤਲ ਦੇ ਦੋਸ਼ੀ ਨੂੰ ਵੀ ਜਦੋਂ ਸਰਕਾਰਾਂ ਚਾਹਣ ਛੱਡ ਦੇਣ, ਪਰ ਉਹਨਾਂ ਦੀ ਸਿਹਤ ਤੇ ਅਸਰ ਨਾ ਹੋਵੇ, ਕੋਈ ਕਿਤੇ ਵੀ ਹਰਿਆਣਾ ਸਰਕਾਰ ਨੂੰ ਵੋਟ ਟੁੱਟਦੀ ਨਾ ਨਜ਼ਰ ਆਵੇ, ਤਾਂ ਟੋਟਲ ਕਮਿਊਨਿਟੀ ਦੇ ਮਾਈਂਡਸੈਟ ਨੂੰ ਵੀ ਰੀਡ ਕਰਨਾ ਪਏਗਾ, ਔਰਤਾਂ ਨੂੰ ਵੀ, ਜਿਹੜੇ ਅਸੀਂ ਆਪਣੀਆਂ ਕੁੜੀਆਂ ਦੀ ਗੱਲ ਕਰ ਰਹੇ ਹਾਂ ਕਿ ਸਾਡੀਆਂ ਕੁੜੀਆਂ, ਔਰ ਜਿਹੜੀਆਂ ਰੈਸ਼ਨਲ ਕੁੜੀਆਂ ਨੇ ਵੱਡੇ ਪੱਧਰ ਦੇ ਉੱਤੇ ਜਦੋਂ ਲੜਾਈ ਲੜ ਰਹੀਆਂ ਨੇ, ਉਹ ਜ਼ਿਆਦਾਤਰ ਹਰਿਆਣੇ ਤੋਂ ਹੀ ਨੇ, ਜਿਨ੍ਹਾਂ ਨੇ ਉੱਥੇ ਮੈਡਲ ਵੀ ਜਿੱਤੇ ਨੇ, ਬਹੁਤ ਪੋਜ਼ਿਟਿਵ ਕੰਮ ਕੀਤਾ, ਤੇ ਜਿਨ੍ਹਾਂ ਨੇ ਉਹ ਲੜਾਈ ਲੜਨ ਦੀ ਕੋਸ਼ਿਸ਼ ਕੀਤੀ, ਇਨਸਾਫ ਉਸ ਹੱਦ ਤੱਕ ਨਹੀਂ ਮਿਲਿਆ ਜਿਹੜੇ ਅਜੇ ਤੱਕ ਜਿਹੜਾ ਇਹ ਲੱਗਦਾ ਸੀ ਕਿ ਉਹਨਾਂ ਤੋਂ ਅਸਤੀਫਾ ਲੈ ਲਿਆ ਜਾਏਗਾ ਬੰਦੇ ਤੋਂ, ਜਾਂ ਬਾਕੀ ਚੀਜ਼ਾਂ ਨੇ, ਜਾਂ ਤੁਰੰਤ ਅਰੈਸਟ ਕਰ ਲਿਆ ਜਾਏਗਾ। ਤਾਂ ਹਰਿਆਣੇ ਦੀ ਓਵਰਆਲ ਜਿਹੜੀ ਇੱਕ ਕਮਿਊਨਿਟੀ ਹੈ ਉਹਨੂੰ ਵੀ ਇਹ ਸੋਚਣਾ ਪਏਗਾ, ਜੇ ਉਹ ਚੈਲੰਜ ਨਹੀਂ ਕਰਦੀ ਸਰਕਾਰ ਨੂੰ ਨਾ, ਤਾਂ ਬਾਹਰੋਂ ਕੁਝ ਕਰੀ ਵੀ ਜਾਵੇ ਤਾਂ ਸ਼ਾਇਦ ਇਖਲਾਕ ਖਲੂਕ ਤਾਂ ਕੋਈ ਪੋਲੀਟੀਕਲ ਸਟਰੀਮ 'ਚ ਹੁਣ ਹੈ ਨਹੀਂ ਹੈ, ਬਚਿਆ ਨਹੀਂ ਉਸ ਪੱਧਰ ਦੇ ਉੱਤੇ। ਵੋਟ ਦਾ ਡਰ ਬਚਿਆ, ਵੋਟ ਦਾ ਡਰ ਉਦੋਂ ਆਊਗਾ ਜੇ ਘੱਟੋ ਘੱਟ ਹਰਿਆਣਾ, ਜੇ ਬੰਦੇ ਨਹੀਂ ਤਾਂ ਫੀਮੇਲ ਹੀ, ਔਰਤ ਸੈਕਸ਼ਨ ਹੀ ਆਪਣੇ ਆਪ ਨੂੰ ਆਰਗੇਨਾਈਜ਼ ਕਰ ਲੇ ਕਿ ਇਹੋ ਜਿਹਾ ਇਹ ਸੰਵੇਦਨਸ਼ੀਲ ਮੁੱਦਿਆਂ ਤੇ ਅਸੀਂ ਬਰਦਾਸ਼ਤ ਨਹੀਂ ਕਰਾਂਗੇ। ਦੂਸਰੀ ਗੱਲ ਜਿਹੜੀ ਹੈਗੀ ਹੈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਲੈ ਕੇ ਬਾਕੀ ਦੇ ਮੁੱਦੇ, ਉਹ ਅਜੇ ਚੱਲ ਰਹੇ ਨੇ, ਜਿਨ੍ਹਾਂ 'ਚ ਚਲਾਨ ਪੇਸ਼ ਹੋ ਗਿਆ ਉਹਦੇ 'ਚ ਰਾਮ ਰਹੀਮ ਦਾ ਨਾਂ ਹੈ ਕੈਟਾਗਰੀਕਲੀ, ਔਰ ਉਹ ਸਾਜ਼ਿਸ਼ ਦੇ ਮਾਮਲੇ 'ਚ ਵੀ, ਐਗਜ਼ੀਕਿਊਟ ਕਰਨ ਦੇ ਮਾਮਲੇ 'ਚ ਵੀ, ਕਿਤੇ ਵੀ। ਤਾਂ ਜੇ ਜਥੇਦਾਰ ਅਕਾਲ ਤਖਤ ਤੋਂ ਲੈ ਕੇ ਪੰਜਾਬ ਦੀ ਜਿਹੜੀ ਉਹ ਧਿਰ ਹੈ ਜਿਹੜੀ ਇਹ ਕਹਿੰਦੀ ਹੈ ਸਾਨੂੰ ਇਨਸਾਫ ਚਾਹੀਦਾ, ਤਾਂ ਉਹ ਆਫੈਂਸਿਵ ਕਿਉਂ ਨਹੀਂ ਹੁੰਦੀ? ਜੇ ਇੰਨੇ ਦਿਨਾਂ ਦੀ ਪਰੋਲ ਮਿਲ ਸਕਦੀ ਹੈ ਤੇ ਪੰਜਾਬ ਪੁਲਿਸ ਕੋ ਪੁੱਛਗਿੱਛ ਨਹੀਂ ਕਰ ਸਕਦੀ? ਪੰਜਾਬ ਪੁਲਿਸ ਹਿਰਾਸਤ 'ਚ ਪੁੱਛਗਿੱਛ ਦਾ ਕੋਈ ਐਕਟਿਵ ਰੋਲ ਨਹੀਂ ਪਲੇ ਕਰ ਸਕਦੀ, ਕਿਸੇ ਕੋਰਟ ਜਾ ਕੇ ਕਹੇ ਕਿ ਸਾਨੂੰ ਚਾਹੀਦਾ, ਜੇ ਪੁੱਛਗਿੱਛ ਤਾਂ ਜ਼ਰੂਰ ਕਰਨੀ ਚਾਹੀਦੀ ਹੈ, ਕਿਉਂਕਿ ਉਹ ਐਡਾ ਵੱਡਾ ਮੁੱਦਾ ਉਹ ਖੜਾ ਜਿੰਨਾ ਚੱਲ ਰਿਹਾ ਹੈ। ਜਿਹੜੇ ਮੁੱਦਿਆਂ ਨੇ ਅਕਾਲੀ ਦਲ ਦੀ ਸਾਖ ਨੂੰ, ਜਿਹੜੇ ਮੁੱਦਿਆਂ ਨੇ ਜਥੇਦਾਰੀ ਪੈਟਰਨ ਨੂੰ, ਜਿਹੜੇ ਮੁੱਦਿਆਂ ਨੇ ਇੱਕ ਇਖਲਾਕੀ ਪੂਰਾ ਜਿਹੜਾ ਮਾਹੌਲ ਜਿਹੜਾ ਬਣਿਆ ਹੋਇਆ ਸੀ ਕਿ ਅਣਖ ਤੇ ਇੱਜ਼ਤ ਦਾ, ਉਹਨੂੰ ਢਾਹ ਲਾਈ ਹੋਵੇ, ਹੁਣ ਤੱਕ ਉਹਨੂੰ ਕਮਜ਼ੋਰ ਕਰ ਦਿੱਤਾ ਜਾਵੇ, ਤੇ ਉਹ ਬੰਦਾ ਕੇਵਲ ਤੇ ਕੇਵਲ ਕੱਲਾ ਕਾਨੂੰਨੀ ਪੱਖ ਨਹੀਂ ਹੈ, ਇੱਕ ਕਾਨੂੰਨ ਦਾ ਕੁਐਸਚਨ ਰੌਲਾ ਪਬਲਿਕ ਉਹਦਾ ਵੀ ਹੈ। ਜਥੇਦਾਰ ਅਕਾਲ ਤਖਤ ਵੱਲੋਂ ਹੁਕਮਨਾਮਾ ਵੀ ਹੋਇਆ, ਬਾਕੀ ਚੀਜ਼ਾਂ ਵੀ ਨੇ ਤਮਾਮ, ਆ ਸਾਰਾ ਕੁਝ ਇਹਨਾਂ ਹੁਕਮਨਾਮਿਆਂ ਦੇ ਬਾਵਜੂਦ ਵਾਪਰਿਆ, ਮਾਫੀ ਤੋਂ ਲੈ ਕੇ ਸਾਰੀਆਂ ਚੀਜ਼ਾਂ, ਉਹ ਜਾਂ ਤਾਂ ਵਿਡਰਾ ਕਰ ਲੈਣ ਜਾਂ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਵੀ ਤਾਂ ਸੱਦ ਕੇ ਪੁੱਛਣ ਕਿਤੇ ਨਾ ਕਿਤੇ ਵੀ ਭਾਈ ਕੌਣ ਕੌਣ ਨੇ। ਹੁਣ ਜੇ ਜਥੇਦਾਰ ਆਪ ਹੀ ਇਨਵੋਲਵ ਹੋ ਜਾਣ ਉਹੀ ਹੁਕਮਨਾਮਾ ਕਰਨ ਦੇ ਬਾਵਜੂਦ ਗਾਹਾਂ ਮਾਫੀ ਤੱਕ ਵੀ ਚਲੇ ਜਾਣ, ਤਾਂ ਫਿਰ ਕੀ ਬਣਨਾ ਉਹ ਸਾਰੇ ਮਾਮਲੇ ਦਾ? ਮਾਮਲਾ ਬਹੁਤ ਗੁੰਝਲਦਾਰ ਹੋ ਜਾਂਦਾ, ਕਿਉਂਕਿ ਉਹ ਉਂਗਲਾਂ ਸਾਰਿਆਂ ਵੱਲ ਚਲੀਆਂ ਜਾਂਦੀਆਂ ਨੇ, ਜਦੋਂ ਫਿਰ ਇੱਕ ਕਾਮਨ ਅੰਡਰਸਟੈਂਡਿੰਗ ਜੀ ਹੋ ਜਾਂਦੀ ਹੈ। ਮੇਰਾ ਖਿਆਲ ਹੈ ਵੀ ਚੱਲ ਇਹਨੂੰ ਛੱਡ ਹੀ ਦਿਓ, ਕੋਈ ਬਚਣਾ ਨਹੀਂ ਹੈ ਬੰਦਾ, ਜੇਕਰ ਇਹ ਸਾਰਾ ਖੋਲ ਲਿਆ ਪੰਡੋਰਾ ਬਾਕਸ, ਇਹ ਸਾਰੇ ਕਿਤੇ ਜਾਊਗਾ। ਉਹਦੇ ਲਈ ਸਟੇਟਸਮੈਨਸ਼ਿਪ ਚਾਹੀਦੀ ਆ, ਬਹੁਤ ਵੱਡੇ ਕੱਦ ਦੇ ਲੋਕ ਚਾਹੀਦੇ ਨੇ ਜਿਹੜੇ ਕਹਿਣ ਵੀ ਇੱਕ ਵਾਰ ਇਹਨੂੰ ਆਪਾਂ ਕਲੋਜ਼ਰ ਕਰਨਾ ਹੈ, ਜੋ ਗਲਤੀਆਂ ਨੇ ਖੁੱਲੇ ਮਨ ਨਾਲ ਦੇਖੋ, ਕਰੋ, ਇਹਨੂੰ ਮੰਨੋ, ਤੇ ਉਸ ਤੋਂ ਬਾਅਦ ਦੇਖਦੇ ਆ ਕੀ ਕਰਦੇ ਆ, ਤੇ ਫਿਰ ਪਤਾ ਲੱਗੂਗਾ। ਹੁਣ ਉਹਦੇ ਕੱਦ ਦੇ ਬੰਦੇ ਜਦੋਂ ਹੋਣਗੇ ਜਾਂ ਆਉਣਗੇ ਜਾਂ ਕੀ ਕਰਨਗੇ, ਪਤਾ ਨਹੀਂ ਕਦੋਂ ਇਹ ਮਾਹੌਲ ਬਣਨਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਵੀ ਇਹਦੀ ਸਖਤ ਸ਼ਬਦਾਂ 'ਚ ਨਿਖੇਧੀ ਕੀਤੀ ਹੈ, ਪੈਰੋਲ ਦੀ ਉਹਨਾਂ ਇਤਰਾਜ਼ ਪ੍ਰਗਟ ਕੀਤਾ। ਵੈਸੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਧਾਮੀ ਦੇ ਭਤੀਜੇ ਦੀ ਨੌਜਵਾਨ ਉਮਰ 'ਚ ਮੌਤ ਹੋ ਗਈ ਸੀ, ਉਹ 1-2 ਦਿਨ ਲਈ ਕੰਮ ਤੋਂ ਬਾਹਰ ਹੈਗੇ ਆ, ਪਰ ਉਹਨਾਂ ਨੇ ਬੜਾ ਸਾਫ਼ ਕਿਹਾ, ਉਹਨਾਂ ਦੇ ਦਫ਼ਤਰ ਵੱਲੋਂ ਇਹ ਪ੍ਰੈਸ ਨੋਟ ਜਾਰੀ ਹੋਇਆ ਕਿ ਸਰਕਾਰਾਂ ਦੀ ਇਹ ਦੋਹਰੀ ਨੀਤੀ ਆ, ਸਿੱਖਾਂ ਅੰਦਰ ਬੇਵਿਸ਼ਵਾਸੀ ਦਾ ਮਾਹੌਲ ਸਿਰਜ ਰਹੀ ਹੈ, ਤੇ ਜੇਕਰ ਕਤਲ ਤੇ ਜਬਰ ਜਨਾਹ ਵਰਗੇ ਸੰਗੀਨ ਜੁਰਮਾਂ ਦੇ ਦੋਸ਼ੀ ਡੇਰਾ ਮੁਖੀ ਨੂੰ ਵਾਰ-ਵਾਰ ਪੈਰੋਲ ਦਿੱਤੀ ਜਾਂਦੀ ਹੈ, ਤਾਂ ਫਿਰ ਬੰਦੀ ਸਿੱਖਾਂ ਦੀ ਰਿਹਾਈ ਲਈ ਅਰਸੇ ਤੋਂ ਸਿੱਖ ਕੌਮ ਵੱਲੋਂ ਉਠਾਈ ਜਾ ਰਹੀ ਆਵਾਜ਼ ਸਰਕਾਰ ਨੂੰ ਕਿਉਂ ਨਹੀਂ ਸੁਣ ਰਹੀ? ਇਹਨੂੰ ਤੁਰੰਤ ਰੱਦ ਕਰਕੇ ਤੇ ਉਹਨੂੰ ਜੇਲ੍ਹ ਦੇ ਵਿੱਚ ਬੰਦ ਕਰਨ ਦੀ ਉਹਨਾਂ ਨੇ ਮੰਗ ਕੀਤੀ ਹੈ। ਧਾਮੀ ਸਾਹਿਬ ਐਡਵੋਕੇਟ ਨੇ, ਕਾਨੂੰਨੀ ਦਾਅਪੇਚ ਜਾਣਦੇ ਨੇ, ਉਹਨਾਂ ਨੂੰ ਵੀ ਚਾਹੀਦਾ ਹੈ ਕਿ ਇਹਨਾਂ ਮਾਮਲਿਆਂ 'ਚ ਬੜੀ ਲਚਕੀਲਾਪਣ ਸ਼੍ਰੋਮਣੀ ਕਮੇਟੀ ਦਾ ਰਿਹਾ, ਉਹਦੇ ਉੱਤੇ ਜ਼ਰੂਰ ਕਿਸੇ ਵੇਲੇ ਸਥਿਤੀਆਂ ਸਪਸ਼ਟ ਕਰ ਦੇਣ, ਕਿਉਂਕਿ ਅਜੇ ਵੀ ਲੋਕਾਂ ਦੇ ਅੰਦਰ ਇਹ ਭਰਮ ਰਹਿੰਦੇ ਨੇ ਕਿ ਤੁਸੀਂ
ਬਹੁਤ ਕ੍ਰੂਸ਼ਲ ਮੌਕਿਆਂ ਦੇ ਉੱਤੇ ਫਿਸਲ ਜਾਂਦੇ ਹੋ। ਸਰਦਾਰ ਜਗਤਾਰ ਸਿੰਘ ਜੀ, ਆਖਰੀ ਮੁੱਦਾ ਲੈਂਦੇ ਆ ਔਰ ਕਾਲੀ ਚਾਹੁੰਦੇ ਆ। ਮੈਂ ਇੱਕ ਮਿੰਟ ਇਹਦੀ ਗੱਲ ਕਰ ਦਿਆਂ ਜੀ। ਗੱਲ ਸਿਰਫ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਨਹੀਂ ਗੀ। ਮੌੜ ਬੰਬ ਬਲਾਸਟ ਬਹੁਤ ਸੀਰੀਅਸ ਕੇਸ, ਔਰ ਉਹਦੀਆਂ ਤਾਰਾਂ ਡੇਰਾ ਸੱਚਾ ਸੌਦਾ ਨਾਲ ਜੁੜਦੀਆਂ। ਜਦੋਂ ਆਪਾਂ ਗੱਲ ਕਰਦੇ ਹਾਂ ਕਿ ਇਹਨੂੰ ਪੰਜਾਬ 'ਚ ਲਿਆ ਕੇ ਇਹਦੀ ਕਸਟੋਡੀਅਲ ਇੰਟਰੋਗੇਸ਼ਨ ਕੀਤੀ ਜਾਵੇ, ਹੁਣ ਪਿਛਲੇ ਕਿੰਨੇ ਮਹੀਨਿਆਂ ਤੋਂ ਕੋਈ ਐਫਰਟ ਇਹਦੇ ਬਾਰੇ ਨਹੀਂ ਹੋਈ। ਇੱਕ ਦੋ ਵਾਰੀ ਐਫਰਟ ਹੋਈ, ਉਦੋਂ ਨਾ ਕਰ ਦਿੱਤੀ ਗਈ, ਤੇ ਇੱਕ ਵਾਰੀ ਇਹਨਾਂ ਨੂੰ ਐਕਸੈਸ ਮਿਲੀ ਰੋਹਤਕ ਜੇਲ੍ਹ ਦੇ ਵਿੱਚ। ਉਹਦੀ ਕੋਈ ਮੀਨਿੰਗ ਨਹੀਂ ਜਦ ਤੱਕ ਇੱਕ ਸੀਰੀਅਸ ਮੂਵ, ਭਾਵੇਂ ਸੁਪਰੀਮ ਕੋਰਟ ਤੱਕ ਜਾਓ, ਪੰਜਾਬ ਸਰਕਾਰ ਜਾਵੇ ਕਿ ਸਾਨੂੰ ਇਹਦੀ ਕਸਟੋਡੀਅਲ ਇੰਟਰੋਗੇਸ਼ਨ ਚਾਹੀਦੀ ਹੈ। ਜਿਸ ਬੰਦੇ ਨੂੰ ਵਾਰ-ਵਾਰ ਪੈਰੋਲ ਮਿਲਦੀ ਹੈ, ਉਹਦੀ ਕਸਟੋਡੀਅਲ ਇੰਟਰੋਗੇਸ਼ਨ ਕਿਉਂ ਨਹੀਂ ਹੋ ਸਕਦੀ? ਬੇਸਿਕ ਇਸ਼ੂ ਇਹ ਹੈ। ਮੌੜ ਬੰਬ ਬਲਾਸਟ 5 ਬੰਦੇ ਮਰੇ ਸੀ, ਬੱਚੇ ਵੀ ਮਰੇ ਸੀ ਉਹਦੇ ਵਿੱਚ, ਬਹੁਤ ਸੀਰੀਅਸ ਇਸ਼ੂ ਹੈਗਾ। ਉਹ ਤੇ ਮਿੱਟੀ ਕਿਉਂ ਪਾਈ ਜਾ ਰਹੀ ਹੈ? ਚਲੋ ਗੁਰੂ ਗ੍ਰੰਥ ਸਾਹਿਬ ਵਾਲੇ ਮਾਮਲੇ ਤੇ ਤਾਂ ਚਾਰਜਸ਼ੀਟ ਫਾਈਲ ਹੋ ਗਈ, ਲੇਕਿਨ ਇਕੱਲੇ ਚਾਰਜਸ਼ੀਟ ਨਾਲ ਕੀ ਖਿਆਲ ਹੈ ਵੀ ਚਾਰਜਸ਼ੀਟ ਇਸ ਤਰ੍ਹਾਂ ਕਾਮਯਾਬ ਹੋ ਜਾਏਗੀ ਜਦ ਤੱਕ ਇਹਦੀ ਇੰਟਰੋਗੇਸ਼ਨ ਨਹੀਂ ਹੁੰਦੀ? ਤੇ ਮੌੜ ਬੰਬ ਬਲਾਸਟ ਦੇ ਵਿੱਚ ਇੰਟਰੋਗੇਸ਼ਨ ਕਿਉਂ ਨਹੀਂ ਹੁੰਦੀ? ਸਰਕਾਰ ਇਹਦੇ ਬਾਰੇ ਕੀ ਕਰ ਰਹੀ ਹੈ? ਪੰਜਾਬ ਸਰਕਾਰ ਖੁੱਲ ਕੇ ਦੱਸੇ। ਹੁਣ ਤੁਸੀਂ ਅਗਲੀ ਗੱਲ ਕਰੋ। ਹਾਂ, ਉਦੋਂ IG ਤੇ ਅੱਜ ਕੱਲ੍ਹ ADGP SPS ਪਰਮਾਰ ਗਏ ਸੀ, ਉੱਥੇ ਜੇਲ੍ਹ ਦੇ ਵਿੱਚ ਵੀ ਗਏ ਸੀ। ਇੱਕ ਵਾਰੀ ਉਹਨਾਂ ਨੂੰ ਨਾ ਕਰਤੀ ਗਈ ਸੀ, ਫਿਰ ਉਹਨਾਂ ਨੇ ਆਪਣੀ ਜਿਹੜੀ ਰਿਪੋਰਟ ਵੀ ਗਵਰਨਮੈਂਟ ਨੂੰ ਦੇ ਦਿੱਤੀ ਸੀ, ਜਿਹੜੀ ਅੱਗੇ ਭਗਵੰਤ ਮਾਨ ਸਾਹਿਬ ਨੇ ਗਾਂਹ ਦਿੱਤੀ ਸੀ। ਖੈਰ ਉਹ ਮਾਮਲੇ ਪਿੱਛੇ ਰਹਿ ਗਿਆ। ਹੁਣ ਪਤਾ ਨਹੀਂ ਕੋਰਟ ਦੇ ਵਿੱਚ ਇਹ ਪੋਜੀਸ਼ਨ ਕਿਸ ਤਰ੍ਹਾਂ ਦੀ ਬਣੀ ਹੋਈ ਹੈ। ਡੇਰਾ ਪ੍ਰੇਮੀਆਂ ਦਾ ਕੇਸ ਵੀ ਸ਼ਿਫਟ ਹੋ ਚੁੱਕਿਆ ਸੀਗਾ ਚੰਡੀਗੜ੍ਹ ਦੀ ਅਦਾਲਤ ਵਿੱਚ ਫਰੀਦਕੋਟੋਂ। ਸੋ ਸਾਰੇ ਮਾਮਲੇ ਜੇ ਕਲੱਬ ਹੋ ਕੇ ਅੱਗੇ ਵਧਣ, ਗਵਰਨਮੈਂਟ ਇਹਨੂੰ ਡੇ ਬਾਈ ਡੇ ਦੇ ਆਧਾਰ ਤੇ ਅੱਗੇ ਵਧਾ ਸਕੇ, ਜਾਂ ਉਹਨਾਂ ਦੀ ਇਹ ਤਰਜੀਹ ਹੋਵੇ, ਤਾਂ ਇਹ ਬਹੁਤ ਬਿਹਤਰ ਹੋਊਗਾ। ਮੈਂ ਸਰਦਾਰ ਜਗਤਾਰ ਸਿੰਘ ਜੀ ਇਹ ਵੀ ਸਮਝਣਾ ਚਾਹੁੰਦਾ ਤੁਹਾਡੇ ਕੋਲ ਕਿ 2 ਦਿਨ ਪਹਿਲਾਂ ਜਿਹੜਾ ਦਿੱਲੀ ਸਰਕਾਰ ਦੀਆਂ ਤਾਕਤਾਂ ਖੋਹਣ ਦੇ ਮਾਮਲੇ 'ਚ ਇੱਕ ਆਰਡੀਨੈਂਸ ਆਇਆ ਸੀਗਾ ਕੇਂਦਰ ਦਾ, 2 ਦਿਨ ਪਹਿਲਾਂ ਉੱਤੇ ਸੁਪਰੀਮ ਕੋਰਟ 'ਚ ਸੁਣਵਾਈ ਹੋਈ ਸੀ। ਕੇਂਦਰ ਨੇ ਇੱਕ ਵਿਸਥਾਰਤ ਹਲਫਨਾਮਾ ਦਿੱਤਾ ਸੀ ਕਿ ਕਿੰਨਾ ਕਾਰਨਾਂ ਕਰਕੇ ਸਾਨੂੰ ਆਰਡੀਨੈਂਸ ਲਿਆਉਣਾ ਪਿਆ, ਕਿਉਂਕਿ ਦਿੱਲੀ ਦੇਸ਼ ਦੀ ਰਾਜਧਾਨੀ ਆ, ਇੱਥੇ ਈਵੈਂਟਸ ਜਿਸ ਤਰ੍ਹਾਂ ਦੇ ਹੁੰਦੇ ਰਹਿੰਦੇ ਆ, ਔਰ ਇੱਥੇ ਜਿਵੇਂ ਕਿਓਸ ਕੀਤਾ ਗਿਆ ਜਦੋਂ ਸੁਪਰੀਮ ਕੋਰਟ ਦਾ ਫੈਸਲਾ ਆਇਆ, ਤੇ ਆਮ ਆਦਮੀ ਪਾਰਟੀ ਨੇ ਓਵਰਨਾਈਟ ਕਿੰਨੇ ਤਬਾਦਲੇ ਕੀਤੇ, ਫਾਈਲਾਂ ਕੁਛ ਲਿਆਉਣ ਦਾ ਜ਼ਿਕਰ ਹੋਇਆ। ਐਕਸਾਈਜ਼ ਮਾਮਲੇ ਦੇ ਵਿੱਚ ਕੇਜਰੀਵਾਲ ਸਾਹਿਬ ਦੀ ਕੋਠੀ ਤੇ ਜਿਹੜੀ ਵਿਜੀਲੈਂਸ ਜਾਂਚ ਚੱਲ ਰਹੀ ਆ, ਉਹ ਸਾਰੇ ਮਾਮਲਿਆਂ 'ਚ ਜਿਸ ਤਰ੍ਹਾਂ ਨੂੰ ਦਸਤਾਵੇਜ਼ਾਂ ਨੂੰ ਲੈ ਕੇ ਜਾਣ ਦੀ ਗੱਲ ਹੋਈ, ਹਲਫਨਾਮੇ 'ਚ ਕਾਫੀ ਕੁਝ ਦੱਸਿਆ ਗਿਆ ਸੀ। ਪਰ ਅੱਜ ਜਿਹੜੀ ਸੁਣਵਾਈ ਇੱਕ ਵਾਰੀ ਫਿਰ ਅੱਗੇ ਵਧੀ ਤੇ ਉਹਦੇ ਵਿੱਚ ਇਹ ਮਾਮਲਾ ਵੱਡੇ ਬੈਂਚ ਨੂੰ, ਸੰਵਿਧਾਨਕ ਬੈਂਚ ਨੂੰ ਸੌਂਪਤਾ ਗਿਆ। ਹੁਣ ਉਧਰਲੇ ਬੰਨੇ ਪਾਰਲੀਮਾਨੀ ਸੈਸ਼ਨ ਸ਼ੁਰੂ ਹੋ ਗਿਆ, ਪਾਰਲੀਮੈਂਟ ਸ਼ੁਰੂ ਹੋ ਗਈ ਆ। ਇਸੇ ਮਾਮਲੇ 'ਚ ਕੇਜਰੀਵਾਲ ਪਿਛਲੇ ਦਿਨਾਂ 'ਚ ਸਾਰੇ ਦੇਸ਼ ਦੇ ਵਿੱਚ ਸਾਰੇ ਜਾਂ ਪਾਰਟੀਆਂ ਨੂੰ ਤੇ ਸਰਕਾਰਾਂ ਨੂੰ ਆਪਣੇ ਨਾਲ ਜੋੜਨ ਦੀ ਕੋਸ਼ਿਸ਼ ਵਿੱਚ ਸੀਗੇ ਕਿ ਰਾਜ ਸਭਾ 'ਚ ਜਿੱਥੇ ਘੱਟੋ ਘੱਟ ਸਪਸ਼ਟ ਮੈਜੋਰਟੀ ਭਾਜਪਾ ਕੋਲ ਨਹੀਂ ਹੈਗੀ, ਉੱਥੇ ਤੁਸੀਂ ਇਸ ਆਰਡੀਨੈਂਸ ਨੂੰ ਪਾਸ ਕਰਨ ਦੇ ਵਿੱਚ ਸਾਥ ਨਾ ਦਿਓ, ਇਹਨੂੰ ਪਾਸ ਨਾ ਹੋਣ ਦਿਓ। ਮੈਨੂੰ ਸਿਰਫ ਇੰਨਾ ਸਮਝਾ ਦਿਓ ਕਿ ਜਿਹੜਾ ਜਦੋਂ ਸੁਣਵਾਈ ਚੱਲ ਰਹੀ ਹੋਊਗੀ ਸੰਵਿਧਾਨਕ ਬੈਂਚ ਦੇ ਸਾਹਮਣੇ, ਤੇ ਦੂਜੇ ਬੰਨੇ ਕੀ ਪਾਰਲੀਮੈਂਟ ਦੇ ਵਿੱਚ ਇਹ ਆਰਡੀਨੈਂਸ ਕਾਨੂੰਨ ਦਾ ਰੂਪ ਲੈ ਸਕਦਾ? ਇਹਦੇ ਉੱਤੇ ਸਮਾਨਾਂਤਰ ਬਹਿਸ ਹੋ ਰਹੀ ਹੋ ਪਾਰਲੀਮੈਂਟ 'ਚ, ਜਾਂ ਬਹਿਸ ਕਰਵਾਈ ਨਹੀਂ ਜਾਊਗੀ, ਜਾਂ ਬਹਿਸ ਕਰਾਉਣੀ ਜ਼ਰੂਰੀ ਹੁੰਦੀ ਆ? ਤੁਸੀਂ ਸਾਰੇ ਇਹਨੂੰ ਟੈਕਨੀਕਲ ਪਹਿਲੂ ਤੋਂ ਜੇ ਮੈਨੂੰ ਸਮਝਾ ਸਕੋ ਤੇ ਚੰਗਾ ਲੱਗੂਗਾ ਜੀ, ਮੇਰੀ ਸਮਝ 'ਚ ਵਾਧਾ ਹੋਊਗਾ। ਕੋਈ ਵੀ ਆਰਡੀਨੈਂਸ ਹੋਵੇ, ਉਹਨੂੰ ਹਾਊਸ ਦੇ ਵਿੱਚ ਲਿਆ ਕੇ ਉਹਦਾ ਐਕਟ ਬਣਾਉਣਾ ਜ਼ਰੂਰੀ ਹੁੰਦਾ ਹੈ। ਉਹਦਾ ਟਾਈਮ ਪੀਰੀਅਡ 6 ਮਹੀਨੇ ਹੁੰਦਾ ਹੈ ਵੀ 6 ਮਹੀਨੇ ਦੇ ਅੰਦਰ, ਮਤਲਬ ਨੈਕਸਟ ਸੈਕਸ਼ਨ ਜਦੋਂ ਵੀ ਹਾਊਸ ਤੋਂ ਹੋਏਗਾ, ਪਾਰਲੀਮੈਂਟ ਹੋਵੇ, ਅਸੈਂਬਲੀ ਹੋਵੇ, ਤੇ ਨੈਕਸਟ ਸਿਟਿੰਗ ਦੇ ਨੈਕਸਟ ਜਿਹੜਾ ਹਾਊਸ ਦੀ ਮੀਟਿੰਗ ਹੋਏਗੀ, ਸਮਨਿੰਗ ਹੋਏਗੀ, ਉਸ ਸਿਟਿੰਗ ਦੇ ਵਿੱਚ ਉਸ ਜਿੰਨੇ ਵੀ ਆਰਡੀਨੈਂਸ ਇਸ਼ੂ ਹੋਏ ਹੁੰਦੇ ਆ ਉਹਨਾਂ ਨੂੰ ਪੇਸ਼ ਕਰਨਾ ਜ਼ਰੂਰੀ ਹੁੰਦਾ ਹੈ। ਇਹ ਸਰਕਾਰ ਦੀ ਮਰਜ਼ੀ ਹੈ ਅੱਗੇ ਕਿ ਕੀ ਉਹ ਆਰਡੀਨੈਂਸ ਪਾਸ ਕਰਨਾ ਚਾਹਣਗੇ, ਉਹਦਾ ਐਕਟ ਬਣਾਉਣਾ ਚਾਹਣਗੇ, ਇਹ ਸਰਕਾਰ ਦੀ ਡਿਸਕ੍ਰਿਸ਼ਨ ਹੈ। ਜਿਹੜੀ ਸੁਪਰੀਮ ਕੋਰਟ ਹੈ, ਉਹ ਜਿਹੜਾ ਕੰਸਟੀਟਿਊਸ਼ਨਲ ਐਸਪੈਕਟ ਹੈ, ਉਹ ਸਿਰਫ ਉਹਦਾ ਸਕਰੂਟੀਨਾਈਜ਼ ਕਰੇਗੀ। ਜਿਹੜੀ ਗੱਲ ਹੈ ਕਿ ਜੇ ਬਈ 4 ਦਿਨਾਂ ਦੇ ਵਿੱਚ ਕੇਜਰੀਵਾਲ ਸਰਕਾਰ ਨੇ ਇਸ ਤਰ੍ਹਾਂ ਕਿਓਟਿਕ ਫੰਕਸ਼ਨਿੰਗ ਕੀਤੀ, ਇਹਨਾਂ ਦੇ ਘਰ ਦਾ ਇਨਵਾਲਵ ਸਾਰੇ, ਇਹ ਸੁਪਰੀਮ ਕੋਰਟ ਵਾਸਤੇ ਬੜੇ ਛੋਟੇ ਇਸ਼ੂ ਹੁੰਦੇ ਆ। ਉਹਨਾਂ ਨੇ ਲਾਰਜਰ ਇਸ਼ੂ ਕੰਸਟੀਟਿਊਸ਼ਨਲ ਪੁਆਇੰਟਸ ਲੈਣੇ ਹੈ ਕਿ ਕੰਸਟੀਟਿਊਸ਼ਨਲ ਪੁਆਇੰਟ ਆਫ ਵਿਊ ਤੋਂ ਜੋ ਕੁਛ ਕੇਂਦਰ ਸਰਕਾਰ ਨੇ ਕੀਤਾ ਹੈ ਉਹ ਠੀਕ ਹੈ ਕਿ ਗਲਤ ਹੈ, ਉਹ ਵੱਖਰਾ ਇੱਕ ਇਸ਼ੂ ਹੈ। ਪਾਰਲੀਮੈਂਟ ਨੂੰ ਇਹ ਐਕਟ ਆਰਡੀਨੈਂਸ ਜੇ ਸਰਕਾਰ ਚਾਹੁੰਦੀ ਹੈ ਪਾਸ ਕਰਨਾ ਤੇ ਪੇਸ਼ ਕਰਨਾ ਪੈਣਾ।
ਜੀ ਸਰਦਾਰ ਹਰਮੀਤ ਸਿੰਘ ਜੀ, ਜਦੋਂ ਇਹ ਆਰਡੀਨੈਂਸ ਹੀ ਚੈਲੰਜ ਹੋਇਆ ਤੇ ਆਰਡੀਨੈਂਸ ਨੂੰ ਸੰਵਿਧਾਨ ਦੇ ਸਾਹਮਣੇ ਰੱਖਤਾ ਗਿਆ, ਸੰਵਿਧਾਨਕ ਬੈਂਚ ਦੇ ਸਾਹਮਣੇ ਰੱਖਤਾ ਗਿਆ, ਤਾਂ ਐਸੀ ਸਥਿਤੀ ਦੇ ਵਿੱਚ ਉਸੇ ਆਰਡੀਨੈਂਸ ਨੂੰ ਕਾਨੂੰਨ ਦਾ ਰੂਪ ਦੇਣ ਲਈ ਕੀ ਪਾਰਲੀਮੈਂਟ ਆਜ਼ਾਦ ਹੈ, ਜਾਂ ਜਦੋਂ ਇੱਕ ਪਾਸੇ ਦੇਸ਼ ਦੀ ਸਰਵਉੱਚ ਅਦਾਲਤ ਇਹਨੂੰ ਚਰਚਾ 'ਚ ਲਿਆ ਰਹੀ ਹੈ, ਇਹਨੂੰ ਸੁਣਵਾਈ ਅਧੀਨ ਲੈਣ ਦਾ ਉਹਨੇ, ਤੇ ਉਸ ਤੋਂ ਬਾਅਦ ਉਸੇ ਆਰਡੀਨੈਂਸ ਨੂੰ ਉਸੇ ਸਰੂਪ ਦੇ ਵਿੱਚ ਕਾਨੂੰਨ ਬਣਾਉਣ ਲਾ ਪਾਰਲੀਮੈਂਟ ਦੇ ਵਿੱਚ, ਦੋਨੇ ਚੀਜ਼ਾਂ ਸਮਾਨਾਂਤਰ ਚੱਲ ਸਕਦੀਆਂ? ਕੀ ਹੋ ਸਕਦਾ ਇੰਜ? ਬਿਲਕੁਲ, ਜਿਹੜੇ ਸਾਡੇ ਲਾ ਮੇਕਰ ਹੈ ਉਹ ਤਾਂ ਪਾਰਲੀਮੈਂਟ ਹੈ ਨਾ, ਸਭ ਤੋਂ ਜ਼ਿਆਦਾ ਜਿਹੜੇ ਸਬਜੈਕਟ ਉਹਦੇ ਅੰਦਰ ਆਉਂਦੇ ਨੇ, ਤੇ ਜਿਹੜੇ ਵਿਧਾਨ ਸਭਾ ਦੇ ਆਉਂਦੇ ਨੇ ਉਹ ਵਿਧਾਨ ਸਭਾ ਦੇ ਵਿੱਚ। ਔਰ ਪਾਰਲੀਮੈਂਟ ਨੂੰ ਇਸ ਹੱਦ ਤੱਕ ਵੀ ਹੱਕ ਹੈ ਕਿ ਸੁਪਰੀਮ ਕੋਰਟ ਦੀਆਂ ਜੱਜਮੈਂਟ ਕੋਈ ਵੀ ਆਵੇ, ਜੇ ਸੁਪਰੀਮ ਕੋਰਟ ਨੇ ਲਾ ਦੀ ਵਿਆਖਿਆ ਕਰਨੀ ਹੈ, ਲਾ ਬਣਾਉਣਾ ਨਹੀਂ ਹੈ। ਔਰ ਕਈ ਗ੍ਰੇ ਏਰੀਆ ਜੋ ਹੁੰਦੇ ਨੇ ਜਿੱਥੇ ਉਹਦੀ ਜੱਜਮੈਂਟ ਲਾਅ ਬਣ ਜਾਂਦੀ ਹੈ, ਕਈ ਵਾਰ ਨਹੀਂ ਪਾਰਲੀਮੈਂਟ ਨੇ ਕੁਝ ਕੀਤਾ ਹੁੰਦਾ, ਉਹ ਇੱਕ ਅਲੱਗ ਗੱਲ ਹੈ, ਪਰ ਨਹੀਂ ਤਾਂ ਫਿਰ ਉਹਨੂੰ ਉਲਟਾਇਆ ਜਾ ਸਕਦਾ ਹੁੰਦਾ। ਕਿੰਨੀਆਂ ਮੁੱਦਿਆਂ ਤੇ ਆਏ ਨੇ, ਰਿਜ਼ਰਵੇਸ਼ਨ ਤੋਂ ਲੈ ਕੇ ਕਿੰਨੇ ਹੀ ਸੁਪਰੀਮ ਕੋਰਟ ਦੀਆਂ ਜੱਜਮੈਂਟਾਂ ਆਈਆਂ ਨੇ ਜਿਹੜੀਆਂ ਬਾਅਦ ਦੇ ਵਿੱਚ ਪਾਰਲੀਮੈਂਟ ਨੇ ਮਤਲਬ ਉਹਨੂੰ ਉਲਟਾਤਾ। ਪਰ ਇੱਕ ਜਿਹੜੀ ਪੁਰਾਣੀ ਜੱਜਮੈਂਟ ਹੈਗੀ ਹੈ ਜਿਹਦੇ 'ਚ ਇਹ ਗੱਲ ਹੈ ਕਿ ਪਾਰਲੀਮੈਂਟ ਵੀ ਸੰਵਿਧਾਨ ਦਾ ਬੇਸਿਕ ਸਟਰਕਚਰ ਜਿਹੜਾ ਹੈ ਉਹਦੇ ਨਾਲ ਛੇੜਛਾੜ ਨਹੀਂ ਕਰ ਸਕਦੀ, ਉਦੋਂ ਬਿਨਾਂ ਉਹ ਜਿਹੜੇ ਮਰਜ਼ੀ ਨਾਲ ਬਣਾਵੇ। ਇਹ ਜੱਜਮੈਂਟ ਜਿਹੜੀ ਇੱਕ ਰਾਏ ਹੈ, ਜਿਹਦੇ ਪਿਛਲੇ ਦਿਨਾਂ ਦੇ ਵਿੱਚ ਸਾਡੇ ਉਪ ਰਾਸ਼ਟਰਪਤੀ ਸਾਹਿਬ ਕਈ ਬਿਆਨ ਵੀ ਦਿੰਦੇ ਰਹੇ ਵੀ ਉਹ ਵੀ ਗਲਤ ਹੈ ਜੀ, ਰਾਈਟ ਹੋਣਾ ਚਾਹੀਦਾ ਕਿਸੇ ਵੀ ਚੀਜ਼ ਨੂੰ, ਕੋਈ ਬੇਸਿਕ ਸਟਰਕਚਰ ਵਾਲੀ ਗੱਲ ਨਹੀਂ ਹੁੰਦੀ। ਉਦੋਂ ਦਾ ਉਹ ਬੇਸਿਕ ਸਟਰਕਚਰ ਦੇ ਵਿੱਚ ਨਹੀਂ ਸ਼ਾਇਦ ਚੇਂਜ, ਉਹਨੂੰ ਫਿਰ ਸੁਪਰੀਮ ਕੋਰਟ ਉਸ ਐਂਗਲ ਤੋਂ ਜਦੋਂ ਦੇਖਦੀ ਹੈ ਤਾਂ ਰੱਦ ਕਰਦੀ ਹੈ, ਕਿਉਂਕਿ ਉਹ ਇੱਕ ਰਾਈਟ ਸੁਪਰੀਮ ਕੋਰਟ ਦੇ 13 ਜਾਂ 11 ਜੱਜਾਂ ਦੇ ਬੈਂਚ ਦਾ ਇੱਕ ਹੈ ਆਲਰੇਡੀ। ਉਹਦੇ 'ਚ ਹੁਣ ਜਿਹੜਾ ਐਕਟ ਬਿਲਕੁਲ ਇਹਦੀ ਗੱਲ ਇਹ ਹੈ ਕਿ ਜੇ ਤਾਂ ਜਾਂ 6 ਮਹੀਨੇ ਜਾਂ ਜਦੋਂ ਸੈਸ਼ਨ ਹੋਏਗਾ, ਜੇ ਉਹਦੇ 'ਚ ਕੁਝ ਵੀ ਨਹੀਂ ਹੁੰਦਾ ਤਾਂ ਆਪਣੇ ਆਪ ਆਰਡੀਨੈਂਸ ਲੈਪਸ ਹੋ ਜਾਂਦਾ ਹੈ, ਉਹਦੀ ਕੋਈ ਵੈਲਿਊ ਨਹੀਂ ਬਚਦੀ। ਔਰ ਸੁਪਰੀਮ ਕੋਰਟ ਨੇ ਤੇ ਕੋਈ ਸਟੇ ਨਹੀਂ ਦਿੱਤੀ, ਉਹਨੂੰ ਕਨਸਟੀਟਿਊਸ਼ਨ ਉਹਦੇ ਕੋਲ ਭੇਜਿਆ, ਫਿਰ ਵੀ ਟੈਕਨੀਕਲੀ ਕਈ ਵਾਰ ਕੋਈ ਡਿਬੇਟ ਦਾ ਇਸ਼ੂ ਹੋ ਜਾਂਦਾ ਵੀ ਉਹਨੇ ਆਰਡੀਨੈਂਸ ਸਟੇ ਕੀਤਾ ਹੋਇਆ, ਤਾਂ ਸ਼ਾਇਦ ਪਾਰਲੀਮੈਂਟ ਨੂੰ ਥੋੜਾ ਜਿਹਾ ਗਵਰਨਮੈਂਟ ਨੂੰ ਸੋਚ ਲੈਣਾ ਚਾਹੀਦਾ ਉਨੀ ਦੇਰ ਜਿੰਨੇ ਦੇਰ ਸੁਣਵਾਈ ਅਧੀਨ ਹੈ, ਪਰ ਉਹਦਾ ਵੀ ਕੋਈ ਮਾਮਲਾ ਨਹੀਂ ਹੈ। ਇਸ ਲਈ ਗਵਰਨਮੈਂਟ ਲਈ ਕੋਈ ਰਸਤਾ, ਕੋਈ ਰੁਕਾਵਟ ਨਹੀਂ ਹੈ ਕਿ ਉਹਨੂੰ ਮੈਜੋਰਿਟੀ ਉਹਦੇ ਕੋਲ ਹੈਗੀ ਹੋਵੇ ਕਿ ਉਹਦੇ ਤੇ ਉਹਨੂੰ ਪੇਸ਼ ਕਰੇ ਤੇ ਉਹਨੂੰ ਬਣਾ ਲੇ। ਔਰ ਸੰਵਿਧਾਨਕ ਬੈਂਚ ਇਹੋ ਜਿਹੀ ਚੀਜ਼ ਹੁੰਦਾ ਵੀ ਕਿੰਨੇ ਸਾਲ ਬਾਅਦ ਜੱਜਮੈਂਟ ਆਉਣੀ ਹੈ ਜੇ ਕੋਈ ਨਹੀਂ ਪਤਾ ਹੈ ਨਾ, ਕਿਉਂਕਿ ਬਹੁਤ ਲੰਬੀ। ਔਰ ਸੰਵਿਧਾਨਕ ਬੈਂਚ ਕੋਲ ਕੇਵਲ ਉਹੀ ਮਾਮਲਾ ਜਾਂਦਾ ਜਿਹੜਾ ਬਹੁਤ ਬੇਸਿਕ ਹੁੰਦਾ ਹੈ, ਜਿਹੜੇ ਦੇ ਵਿੱਚ ਮੰਨਦੀ ਹੈ ਸੁਪਰੀਮ ਕੋਰਟ ਪ੍ਰਾਈਮਾ ਫੇਸੀ ਕਿ ਇਹ ਮੁੱਦਾ ਬਹੁਤ ਜ਼ਿਆਦਾ ਸੰਵਿਧਾਨਕ ਵਿਆਖਿਆ ਦਾ ਮੁੱਦਾ, ਇਕੱਲਾ ਨਾਰਮਲ ਕਾਨੂੰਨ ਨਹੀਂ ਹੈ। ਜੇ ਨਾਰਮਲ ਤਰੀਕੇ ਦੇ ਕਾਨੂੰਨ ਦੇ ਵਿੱਚ ਕੇਵਲ ਇਲੈਕਟਡ ਬਾਡੀ ਹੀ ਸਾਰਾ ਕੁਝ ਕਰਦੀ ਹੈ, ਤਾਂ ਪਾਰਲੀਮੈਂਟ ਵੱਲੋਂ ਜਿਹੜਾ ਇਹ ਇੱਕ ਐਂਗਲ ਕੀਤਾ ਗਿਆ ਕਿ ਨਹੀਂ ਜੀ ਐਲਜੀ ਰੀਅਲ ਗਵਰਨਮੈਂਟ ਹੈ, ਤਾਂ ਇਹ ਡੈਮੋਕ੍ਰੇਸੀ ਦਾ ਕਨਸਟੀਟਿਊਸ਼ਨਲ ਮੁੱਦਾ ਬਣ ਗਿਆ ਕਿ ਇਹਨੂੰ ਡਿਫਾਈਨ ਕਰਨਾ ਪਏਗਾ ਫਿਰ ਹੁਣ ਅੱਗੇ ਨੂੰ ਕੀ ਕਰਨਾ ਕੀ ਨਹੀਂ ਕਰਨਾ। ਇਸ ਕਰਕੇ ਉਹ ਚੱਲਦਾ ਜਾਊਗਾ, ਕਿੰਨੇ ਸਾਲ ਚੱਲਦਾ ਹੈ ਸੰਵਿਧਾਨਕ ਬੈਂਚ, ਕਿੰਨੀ ਸੁਣਵਾਈ ਤੋਂ ਬਾਅਦ ਆਉਂਦਾ, ਉਹਨਾਂ ਚਿਰ ਇਹ ਆਪਣਾ ਇੰਪਲੀਮੈਂਟ ਕਰਦੇ ਰਹਿਣਗੇ, ਮਤਲਬ ਗਵਰਨਮੈਂਟ ਆਪਣੇ ਤਰੀਕੇ ਨਾਲ ਚੱਲੂਗੀ। ਇਹ ਬੜੀ ਵਾਰ ਚੱਲਦਾ, ਪਹਿਲਾਂ ਵੀ ਚੱਲਦਾ ਹੀ ਹੈ ਤੇ ਹੁਣ ਵੀ ਚੱਲ ਸਕਦਾ। ਇਹਦਾ ਮਤਲਬ ਅਜੇ ਫਿਲਹਾਲ ਸਟੇਟਸ ਕੋ ਹੈ, ਆਰਡੀਨੈਂਸ ਦੇ ਅਨੁਸਾਰ ਹੀ ਵਰਕਿੰਗ ਚੱਲਦੀ ਰਹੂ, ਕਿਉਂਕਿ ਸਟੇ ਤਾਂ ਉਹਨੂੰ ਕੀਤਾ ਨਹੀਂ, ਲੇਕਿਨ ਸੰਵਿਧਾਨ ਇਹਦੀ ਵਿਆਖਿਆ ਕਰੂਗਾ ਕਿ ਇਹ ਪਰਿਸਥਿਤੀਆਂ ਇਹਨਾਂ ਨੇ ਕਿਵੇਂ ਅੱਗੇ ਰੂਪ ਸਰੂਪ ਲੈਣਾ। ਤੇ ਜੇ ਇਹਦਾ ਮੇਨ ਟਾਈਮ ਪਾਰਲੀਮੈਂਟ ਦੇ ਵਿੱਚ ਕਾਨੂੰਨ ਦਾ ਰੂਪ ਐਕਟ ਬਣ ਜਾਂਦਾ ਹੈ, ਰਾਸ਼ਟਰਪਤੀ ਤੋਂ ਸਹਿਮਤੀ ਬਣ ਜਾਂਦੀ ਹੈ, ਤਾਂ ਫਿਰ ਇਸ ਸੁਣਵਾਈ ਦੇ ਦਰਮਿਆਨ ਦੇ ਵਿੱਚ ਉਹ ਪਹਿਲੂ ਵੀ ਜਾ ਕੇ ਰੱਖਿਆ ਜਾ ਸਕਦਾ ਕਿ ਹੁਣ ਸ਼ਾਇਦ ਤੁਹਾਡਾ ਹੱਕ ਹਕੂਕ ਨਹੀਂ ਰਿਹਾ ਕਿ ਤੁਸੀਂ ਆਰਡੀਨੈਂਸ ਦੇ ਉੱਤੇ ਗੱਲ ਕਰੋ। ਇੱਕ ਵੱਖਰਾ ਪਹਿਲੂ ਆ। ਮੈਂ ਆਖਰ ਦੇ ਵਿੱਚ ਸਰਦਾਰ ਹਰਮੀਤ ਸਿੰਘ ਤੁਹਾਡੇ ਤੋਂ ਹੀ ਸਮਝਣਾ ਚਾਹੂੰਗਾ, ਹਲਕਾ ਜਿਹਾ ਬਹੁਤ ਸੰਖੇਪ ਦੇ ਵਿੱਚ, ਕਿ ਅੱਜ ਪੰਜਾਬ ਦੇ ਰਾਜਨੀਤਿਕ ਦ੍ਰਿਸ਼ ਵਿੱਚ 2-3 ਘਟਨਾਵਾਂ ਤੇਜ਼ੀ ਨਾਲ ਵਾਪਰ ਰਹੀਆਂ ਸੀ। ਇੱਕ ਤਾਂ ਬੜੇ ਸਾਰੇ ਦੋਸ਼ ਲੱਗਣ ਤੋਂ ਬਾਅਦ ਵੀ, ਬੜੇ ਸਾਰੇ ਦੋਸ਼ ਆਉਣ ਤੋਂ ਬਾਅਦ ਵੀ ਪ੍ਰਤਾਪ ਸਿੰਘ ਬਾਜਵਾ ਤੇ ਉਹਨਾਂ ਦੀ ਟੀਮ, ਉਹਨਾਂ ਦੇ ਪ੍ਰਧਾਨ ਪ੍ਰਦੇਸ਼ ਦੇ ਕਾਂਗਰਸ ਦੇ ਸਾਬਕਾ ਸਪੀਕਰ ਰਾਣਾ ਕੇਪੀ ਜੀ, ਉਹ ਸਾਰੇ ਗਵਰਨਰ ਦੇ ਘਰ ਦੇ ਬਾਹਰ ਦੇਖੇ ਗਏ ਪ੍ਰੈਸ ਨੂੰ ਸੰਬੋਧਿਤ ਹੁੰਦੇ ਆ। ਇੱਕ ਤਾਂ ਉਹ ਥੋੜਾ ਜਿਹਾ ਸਮਝਾ ਦਿਓ। ਦੂਜੇ ਬੰਨੇ ਬਿਕਰਮ ਸਿੰਘ ਮਜੀਠੀਆ ਹਰਚਰਨ ਬੈਂਸ ਦੇ ਨਾਲ ਉੱਥੇ ਬੈਠੇ ਹੋਏ ਸੀਗੇ ਪ੍ਰੈਸ ਦੇ ਰੂਬਰੂ, ਤੇ ਉਹ ਕਹਿ ਰਹੇ ਸੀ ਵੀ ਹੁਣ ਮੂੰਹ ਕੀ ਦਿਖਾਉਣਗੇ, ਦੱਸਣ ਤਾਂ ਸਹੀ ਨਾ ਵੀ ਇਹ ਕਰ ਕੀ ਰਹੇ ਨੇ। ਇਹਨਾਂ ਨੂੰ ਹੁਣ ਇਕੱਠਿਆਂ ਹੀ ਜਾਣਾ ਚਾਹੀਦਾ ਗਵਰਨਰ ਕੋਲ, ਇਹਨਾਂ ਨੂੰ ਇਕੱਠਿਆਂ ਹੀ ਕੇਂਦਰ ਕੋਲ ਜਾਣਾ ਚਾਹੀਦਾ। ਮਤਲਬ ਬੜੀ ਅਜੀਬੋ-ਗਰੀਬ ਦੀ ਸਥਿਤੀ ਆ। ਇਹਨੂੰ ਬਹੁਤ ਸੰਖੇਪ ਚ ਦੀ ਵਿਆਖਿਆ ਕਰਦੇ ਹੋ। ਬਿਲਕੁਲ, ਪ੍ਰਤਾਪ ਸਿੰਘ ਬਾਜਵਾ ਇਹ ਤਾਂ ਹੈਗਾ ਹੀ ਹੈ ਕਿ ਇੰਡੀਆ ਬਣਨ ਤੋਂ ਬਾਅਦ, ਇੰਡੀਆ ਦੀ ਫਾਰਮੇਸ਼ਨ ਤੋਂ ਬਾਅਦ ਮਤਲਬ ਪੰਜਾਬ ਵਾਲੇ ਥੋੜੇ ਸੰਕਟ ਚ ਨੇ, ਕਾਂਗਰਸੀ ਆਪੋ ਆਪਣਾ ਬਿਆਨ ਦਿੰਦੇ ਨੇ। ਰਾਜਾ ਵੜਿੰਗ ਕਹਿ ਰਿਹਾ ਸਾਡੇ ਤੋਂ ਬਿਨਾਂ ਪੁੱਛੇ ਨਹੀਂ ਅਜੇ ਕੁਝ ਹੋਏਗਾ,
ਪ੍ਰਤਾਪ ਸਿੰਘ ਬਾਜਵਾ ਵੀ ਕਹਿ ਰਹੇ ਨੇ ਵੀ ਪੰਜਾਬ 'ਚ ਅਸੀਂ ਆਪਣੀ ਉਵੇਂ ਹੀ ਕਾਇਮ ਰੱਖਾਂਗੇ ਜੋ ਵੀ ਗੱਲ ਹੋਏਗੀ। ਪਰ ਅੱਜ ਗਵਰਨਰ ਨੂੰ ਜਿਹੜੇ ਉਹ ਮਿਲੇ ਨੇ, ਉਹ ਜਿਹੜਾ ਅਲਾਟਮੈਂਟ ਹੈ ਵਿਧਾਨ ਸਭਾ ਲਈ 10 ਏਕੜ ਜ਼ਮੀਨ ਦਾ ਜਿਹੜਾ ਸਵਾਲ ਹੈ ਇਹਦੇ ਲਈ ਗਏ ਨੇ, ਔਰ ਉਹਨਾਂ ਨੇ ਇਹ ਕਿਹਾ ਉਹਨਾਂ ਨੂੰ ਕਿ ਇਹ ਉਨਾ ਹੀ ਗਲਤ ਹੋਏਗਾ ਜਿੰਨਾ ਮਤਲਬ ਤੁਸੀਂ ਕਹਿ ਰਹੇ ਹੋ ਕਿ ਵਿਧਾਨ ਸਭਾ ਦਾ ਸੈਸ਼ਨ ਜਿਹੜਾ ਵਿਧੀ ਵਿਧਾਨ ਮੁਤਾਬਕ ਨਹੀਂ ਹੋਇਆ ਸੀ, ਉਹ ਗਲਤ ਹੈ ਤੇ ਉਹ ਗਲਤ ਕਰਕੇ ਆ ਰਹੇ ਹਨ। ਤੇ ਜੇ ਉਹਨਾਂ ਨੇ ਗਲਤ ਕੀਤਾ ਸੀ, ਤੁਸੀਂ ਇਹਨੂੰ ਅਪਰੂਵਲ ਦੇ ਕੇ ਵੀ ਉਦਾਂ ਹੀ ਗਲਤ ਕਰ ਰਹੇ ਹੋ। ਇਹ ਵੀ ਵਿਧੀ ਵਿਧਾਨ ਦੇ ਮੁਤਾਬਕ ਠੀਕ ਨਹੀਂ, ਤੁਸੀਂ ਜ਼ਮੀਨ ਅਲਾਟ ਕਿਵੇਂ ਕਰ ਸਕਦੇ ਹੋ? ਤੇ ਇਸ ਲਈ ਇਹਦੇ ਤੇ ਸੋਚੋ ਦੁਬਾਰਾ। ਤੇ ਉਹ ਕਹਿੰਦੇ ਗਵਰਨਰ ਨੇ ਇਹ ਵੀ ਇਹਨਾਂ ਨੂੰ ਦਲੀਲ ਦਿੱਤੀ ਵੀ ਤੁਹਾਡਾ ਚੀਫ ਮਿਨਿਸਟਰ ਵੀ ਮੰਗ ਰਿਹਾ, ਉਹਨਾਂ ਨੂੰ ਵੀ ਦੇ ਦਾਂਗੇ 10 ਏਕੜ। ਉਹ ਕਹਿੰਦੇ ਜਿਹੜੀ ਪੇਰੈਂਟ ਵਿਧਾਨ ਸਭਾ ਮੇਨ ਪੁਰਾਣੀ ਉਹ ਸਾਡੀ ਉਹ ਹੈ, ਅਸੀਂ ਕੀ ਕਰਨਾ ਹੈ? ਉਹ ਚੀਫ ਮਿਨਿਸਟਰ ਤੋਂ ਕਿਤੇ ਕਿਸ ਢੰਗ ਨਾਲ ਕਿਹਾ ਸਾਨੂੰ ਨਹੀਂ ਪਤਾ, ਪਰ ਜੇ ਹਰਿਆਣੇ ਨੇ ਬਣਾਉਣੀ ਹੈ ਤਾਂ ਉਹ ਪੰਚਕੂਲਾ ਨਾਲ ਹੈ, ਜਿਹੜੀ ਨਾਲ ਵਾਲੀ 12 ਏਕੜ ਦੇ ਰਹੇ ਹੋ 12 ਚ ਹੀ ਬਣਾ ਲਓ, 10 ਕਿਉਂ ਦੇ ਰਹੇ ਹੋ, ਘਟਾ ਕੇ ਹੋ ਰਹੇ ਹੋ, ਤੇ ਉੱਥੇ ਬਣਾਓ ਆਪਦੀ। ਔਰ ਨਹੀਂ ਤਾਂ ਫਿਰ ਜੇ ਨਹੀਂ ਸਾਡੀ ਗੱਲ ਮੰਨੀ ਜਾਂਦੀ ਤਾਂ ਅਸੀਂ ਅਗਲਾ ਕੋਈ ਐਜੂਕੇਸ਼ਨਲ ਰੂਪ ਜਾਂ ਲੀਗਲ ਰੂਪ ਜੋ ਵੀ ਲੈਣਾ ਪਿਆ ਇਹ ਤੋਂ ਬਾਅਦ ਲਵਾਂਗੇ। ਇਹ ਪ੍ਰਤਾਪ ਬਾਜਵਾ ਉਹਨਾਂ ਦੀ ਵਿਆਖਿਆ ਸੀ ਜੋ ਵੀ ਗਵਰਨਰ ਨੂੰ। ਮਤਲਬ ਇੱਕ ਗੱਲ ਤਾਂ ਹੈ ਹੀ ਹੈ ਕਿ ਚਲੋ ਕਿਸੇ ਧਿਰ ਨੇ ਉਹ ਟੇਕ ਅਪ ਤਾਂ ਕੀਤਾ ਹੀ, ਗਵਰਨਰ ਕੋਲ ਤਾਂ ਚਲੇ ਗਏ ਨਾ। ਹਜੇ ਤੱਕ ਅਸੀਂ ਤਾਂ ਗਵਰਨਰ ਨੂੰ, ਸਰਕਾਰ ਨੇ ਤਾਂ ਚਿੱਠੀ ਹੋਈ ਜੀ ਲਿਖਣੀ ਹੈ ਵੀ ਇਹ ਕੀ ਕਰਨ ਜਾ ਰਹੇ ਹੋ, ਇਹ ਗਲਤ ਹੈ, ਤੁਸੀਂ ਪ੍ਰਸ਼ਾਸਕ ਜਾਂ ਬਾਕੀ ਦੇ ਤੌਰ ਤੇ ਐਜ ਏ ਐਡਮਿਨਿਸਟ੍ਰੇਟਰ ਤੁਸੀਂ ਇਹ ਕੀ ਕਰ ਸਕਦੇ ਹੋ। ਦੂਜੀ ਗੱਲ ਜਿਹੜੀ ਵਿਕਰਮ ਮਜੀਠੀਆ ਕਹਿ ਰਹੇ ਨੇ, ਇੱਕ ਤਾਂ ਹੜ੍ਹਾਂ ਦੇ ਮਾਮਲੇ ਚੋਂ ਕਹੀ ਰਹੇ ਨੇ ਕਿ ਕੁਝ ਦੇਣ ਲੈਣ ਨੂੰ ਹੈ ਨਹੀਂ, ਸਰਕਾਰ ਨੇ ਅਜੇ ਤੱਕ ਕੁਝ ਨਹੀਂ ਕੀਤਾ, ਜਾਂ ਤਾਂ ਲੋਕ ਆਪ ਕਰ ਰਹੇ ਨੇ ਕੰਮ ਜਿੰਨਾ, ਜਾਂ ਸਮਾਜ ਸੇਵੀ ਜਥੇਬੰਦੀਆਂ ਕਰ ਰਹੀਆਂ ਨੇ, ਸਰਕਾਰ ਕੇਵਲ ਫੋਟੋ ਖਿਚਾ ਰਹੀ ਹੈ, ਜੋ ਐਲੀਗੇਸ਼ਨ ਪਹਿਲਾਂ ਤੋਂ ਲੱਗ ਰਹੇ ਨੇ। ਤੇ ਇਸ ਮਾਮਲੇ ਦੇ ਵਿੱਚ ਇੱਕ ਚੁਟਕੀ ਉਹਨਾਂ ਨੇ ਲਈ ਜੋ ਹੈ ਕਿ ਹੁਣ ਦੱਸੋ ਜੀ, ਉੱਪਰ ਤੁਸੀਂ ਇਕੱਠੇ ਹੋ ਗਏ ਹੋ, ਪੰਜਾਬ ਦੇ ਵਿੱਚ ਕਿਵੇਂ ਚੱਲਣਾ ਹੈ? ਹੁਣ ਇਕੱਠੇ ਬੈਠ ਹੀ ਜਾਓ, ਕਿਤੇ ਨਾ ਕਿਤੇ ਸਾਂਝੇ ਹੋ ਜਾਇਆ ਕਰੋ। ਹੁਣ ਤੁਸੀਂ ਵਿਰੋਧੀ ਧਿਰ ਤੇ ਸਰਕਾਰੀ ਧਿਰ ਤਾਂ ਬਚੇ ਨਹੀਂ ਹੋ, ਤੇ ਵਾਜਪੇਈ ਨਹੀਂ ਜਾਂ ਬਾਕੀ ਦੱਸਣ ਕਿ ਕਿੱਥੇ ਹਾਈ ਕਮਾਂਡ, ਤੁਸੀਂ ਕਿਹਦੇ ਨਾਲ ਹੋ ਕਿਹਦੇ ਨਾਲ ਨਹੀਂ। ਇਹ ਸਵਾਲ ਖੜੇ ਕੀਤੇ ਨੇ, ਮਤਲਬ ਤੁਹਾਡਾ ਚੱਲਣ ਫਿਊਚਰ ਦਾ ਕਿਵੇਂ ਹੋਏਗਾ, ਲੋਕਾਂ ਨੂੰ ਦੋਗਲਾ ਚਿਹਰਾ ਕਿਵੇਂ ਦਿਖਾਓਗੇ, ਇਹ ਸਾਰੀਆਂ ਚੀਜ਼ਾਂ ਕਰਕੇ ਮਤਲਬ ਪੋਲੀਟੀਕਲ ਇੱਕ ਸਟੇਟਮੈਂਟ ਜਿਹੜੀ ਉਹਨਾਂ ਨੇ ਦਿੱਤੀ ਹੈ। ਔਰ ਉਹੀ ਸਟੇਟਮੈਂਟ ਕਿਸੇ ਨੇ ਮੈਨੂੰ ਲੱਗਦਾ ਪੁੱਛਿਆ ਨਹੀਂ ਵਿਕਰਮ ਮਜੀਠੀਆ ਤੋਂ ਕਿ ਮਾਇਆਵਤੀ ਨੇ ਵੀ ਕਿਹਾ ਭਾਈ ਜੇ ਤੁਸੀਂ ਉਧਰ ਅਲਾਇੰਸ ਕਰਦੇ ਹੋ ਬੀਜੇਪੀ ਦੇ ਨਾਲ ਤਾਂ ਤੁਸੀਂ, ਤੁਹਾਡੀ ਤਾਂ ਮਜਬੂਰੀ ਹੈ, ਤੁਹਾਨੂੰ ਕੋਈ ਬੁਲਾ ਹੀ ਨਹੀਂ ਰਿਹਾ ਫਿਲਹਾਲ, ਤੇ ਇਸ ਕਰਕੇ ਇਹ ਤੁਸੀਂ ਨਹੀਂ ਗਏ। ਇਹ ਤਾਂ ਪੋਲਿਟਿਕਸ ਹੈ, ਮਤਲਬ ਬਿਆਨਬਾਜ਼ੀ ਹੈ ਉਸ ਮਾਮਲੇ ਦੇ ਵਿੱਚ ਜੋ ਵੀ ਹੋਈ। ਸਰਦਾਰ ਜਗਤਾਰ ਸਿੰਘ ਜੀ, ਸਿਰਫ ਲਾਸਟ ਹੀ ਗੱਲ, ਜਦੋਂ ਗਵਰਨਰ ਨੇ ਜੇ ਕਿਹਾ, ਮੈਂ ਨਹੀਂ ਕਿਹਾ ਵੀ ਕਿਹਾ, ਪ੍ਰਤਾਪ ਸਿੰਘ ਬਾਜਵਾ ਬਕੌਲ ਪ੍ਰਤਾਪ ਸਿੰਘ ਬਾਜਵਾ, ਜੇ ਇਹ ਗੱਲ ਹੋਈ ਆ ਵੀ ਤੁਹਾਡੇ ਵਾਲੇ ਮੁੱਖ ਮੰਤਰੀ ਸਾਹਿਬ ਕਹਿ ਰਹੇ ਅਸੀਂ 10 ਏਕੜ ਤੁਹਾਨੂੰ ਵੀ ਦੇ ਦਿਆਂਗੇ, ਤੇ ਕਿਤੇ ਇੰਜ ਤਾਂ ਨਹੀਂ ਵੀ ਮੁੱਖ ਮੰਤਰੀ ਸਾਹਿਬ ਇਸ ਕਰਕੇ ਚੁੱਪ ਹੋਣ ਕਿ ਚਲੋ 10 ਏਕੜ ਮਿਲੂਗੀ ਤੇ ਇੱਕ ਵਧੀਆ ਜਿਹਾ ਮੁੱਖ ਮੰਤਰੀ ਲਈ, ਜਿੱਦਾਂ ਉੱਥੇ ਵਿਜ਼ਟਾ ਬਣਾਇਆ ਪ੍ਰਧਾਨ ਮੰਤਰੀ ਸਾਹਿਬ ਨੇ, ਸੋਹਣੀ ਬਿਲਡਿੰਗ ਪਾਰਲੀਮੈਂਟ ਦੀ ਬਣਾਈ ਆ, ਔਰ ਆਪਣਾ ਵਿੱਚ ਘਰ ਵੀ ਬਣਾਇਆ, ਦਫ਼ਤਰ ਵੀ ਆਪਣਾ ਸ਼ਾਇਦ ਉਹ 'ਚ ਬਣਾਉਣਗੇ, ਤੇ ਕੈਂਪ ਆਫਿਸ ਤੇ ਹੋਊਗਾ ਹੀ। ਇੱਥੇ 10 ਏਕੜ ਦੇ ਵਿੱਚ ਮੁੱਖ ਮੰਤਰੀ ਸਾਹਿਬ ਆਪਣੇ ਲਈ ਇੱਕ ਦਫ਼ਤਰ, ਇੱਕ ਹੋਰ ਵੱਡਾ ਘਰ 4 ਏਕੜ ਵਾਲਾ, ਕਿਉਂਕਿ ਹੁਣ ਤੇ ਸ਼ਾਇਦ ਏਕੜ ਵਾਲਾ ਜਾਂ 2 ਏਕੜ ਵਾਲਾ ਹੋਊਗਾ ਨਾ ਜੀ, ਤੇ ਇਸ ਤਰ੍ਹਾਂ ਦੀ ਕਿਤੇ ਪ੍ਰਪੋਜ਼ਲ ਵੀ ਹੋ ਸਕਦੀ ਹੈ ਜੀ। ਐਵੇਂ ਹਾਸਾ ਠੱਠਾ ਹੀ ਆ ਨਹੀਂ, ਉਹ ਚਲੋ ਬਣਾ ਲੈਣ, ਚੰਗੀ ਗੱਲ ਹੈ। ਜੇ ਵੱਡਾ ਘਰ ਬਣਾਉਣਾ ਹੈ ਤੇ ਚੰਡੀਗੜ੍ਹ 'ਚ ਜਗ੍ਹਾ ਲੈ ਕੇ ਬਣਾ ਲੈਣ, ਆਪਣਾ ਕੱਲਾ ਘਰ ਹੀ ਬਣਾ ਲੈਣ। ਵਿਧਾਨ ਸਭਾ ਦੀ ਕੀ ਲੋੜ ਹੈ? ਵਿਧਾਨ ਸਭਾ ਦਾ ਹਰਿਆਣੇ ਨੇ ਖਾਲੀ ਕਰਨੀ ਹੈ ਤੇ ਉਹ ਸਾਰਾ ਕੰਪਲੈਕਸ ਹੀ ਮਿਲ ਜਾਣਾ ਇਹਨਾਂ ਨੂੰ। ਬਹੁਤ ਵੱਡਾ ਕੰਪਲੈਕਸ ਹੈਗਾ, ਕਿ ਹੈਰੀਟੇਜ ਕੰਪਲੈਕਸ ਹੈ, ਉਸ ਤੋਂ ਵਧੀਆ ਕੰਪਲੈਕਸ ਹੋਰ ਕਿਸੇ ਨੇ ਕੀ ਬਣਾ ਲੈਣਾ ਹਿੰਦੁਸਤਾਨ ਦੇ ਵਿੱਚ। ਮੇਰੇ ਖਿਆਲ ਦੇ ਵਿੱਚ ਜੇ ਕੋਈ ਮਾੜਾ ਮੋਟਾ ਕੰਪੈਰੀਜ਼ਨ ਹੁੰਦਾ ਹੈ ਇਸ ਹਾਊਸ ਦਾ, ਤੇ ਕਰਨਾਟਕ ਦੀ ਅਸੈਂਬਲੀ ਨਾਲ ਹੁੰਦਾ, ਹੋਰ ਨਹੀਂ ਕਿਸੇ ਦੇ ਨਾਲ। ਤੇ ਇਹ ਜਿਹੜਾ ਇੰਨਾ ਵਧੀਆ ਹਾਊਸ ਆ ਉਹ ਛੱਡ ਕੇ ਜੇ ਇਹ ਪੰਜਾਬ ਦੇ ਮੁੱਖ ਮੰਤਰੀ ਚਾਹੁੰਦੇ ਸੀ ਆਪਣੀ ਵਿਧਾਨ ਸਭਾ ਬਣਾ ਲਈਏ, ਤਾਂ ਫਿਰ ਤਾਂ ਮੈਂ ਇਹਦੇ ਬਾਰੇ ਕੀ ਕਹਿ ਸਕਦਾ। ਹਾਂ, ਜਿਹੜੀ ਜ਼ਮੀਨ ਹਰਿਆਣੇ ਨੇ ਦੇਣੀ ਹੈ ਨਾ, ਇਹ ਉੱਥੇ ਹੀ ਆਪਣਾ ਘਰ ਬਣਾ ਲੈਣ ਉਹ ਜ਼ਮੀਨ ਲੈ ਕੇ, ਹਾਂਜੀ, ਨਾਲ ਹੀ, ਜੇ ਇਹਨਾਂ ਨੇ ਅਪੋਜ਼ ਨਹੀਂ ਕਰਨੀ। ਲੇਕਿਨ ਇਹਨਾਂ ਨੂੰ ਬਕਾਇਦਾ ਇਹ ਮੂਵ ਅਪੋਜ਼ ਕਰਨੀ ਚਾਹੀਦੀ ਹੈ। ਇਹ ਜਿਹੜੀਆਂ ਇਤਿਹਾਸਕ ਗਲਤੀਆਂ ਹੁੰਦੀਆਂ ਨਾ, ਉਹਦਾ ਖਮਿਆਜਾ ਬੜੀ ਦੂਰ ਤੱਕ ਤੇ ਬੜੀ ਦੇਰ ਤੱਕ ਭੁਗਤਣਾ ਪੈਂਦਾ ਹੁੰਦਾ। ਪੰਜਾਬ ਪਹਿਲਾਂ ਇਤਿਹਾਸਕ ਹੋਈਆਂ ਗਲਤੀਆਂ ਨੂੰ ਅੱਜ ਵੀ ਭੁਗਤ ਰਿਹਾ, ਤੇ ਕਿਸੇ ਲੈਵਲ ਤੇ ਮੁਲਕ ਵੀ ਭੁਗਤ ਰਿਹਾ। ਪੰਜਾਬ ਦੀ ਗਲਤੀਆਂ ਨੂੰ ਪੰਜਾਬ ਇਕੱਲਾ ਨਹੀਂ ਭੁਗਤਦਾ, ਇਹ ਜਿਹੜੇ ਜ਼ਖਮ ਰਿਸ ਰਹੇ ਹੈ ਨਾ, ਇਹਦੇ ਵਿੱਚ ਸਾਰੇ ਹੀ ਕਸੂਰਵਾਰ ਹੈਗੇ ਆ। ਹੁਣ ਸਮੱਸਿਆ ਕੀ ਹੈ ਦੇਸ਼ ਦੀ ਇਸ ਵੇਲੇ ਸਿਆਸਤ ਦੀ? ਦੇਸ਼ ਨੂੰ ਖਤਰਾ ਕਿਤੋਂ ਹੈ? ਦੇਸ਼ ਨੂੰ ਖਤਰਾ ਜਿਹੜੀ ਇਸ ਵੇਲੇ ਪੋਲਰਾਈਜ਼ਿੰਗ ਸਿਆਸਤ ਹੈ, ਉਹ ਤੋਂ ਖਤਰਾ ਹੈ। ਉਹਦਾ ਐਡਾ ਰੂਪ ਵਿਕਰਾਲ ਹੋ ਚੁੱਕਿਆ ਹੈ। ਜੇ ਉਹਨੂੰ ਕਨਫਰੰਟ ਕਰਨਾ ਹੈ ਤੇ ਆਪਣੇ ਇਹ ਜਿਹੜੇ ਛੋਟੇ ਛੋਟੇ ਮੁੱਦੇ ਨਾ ਸਟੇਟਸ ਦੇ, ਇਹ ਪਾਸੇ ਕਰਕੇ ਸਾਰੀਆਂ ਪਾਰਟੀਆਂ ਨੂੰ ਇਕੱਠੇ ਹੋਣਾ ਪੈਣਾ ਹੈ।
ਹੁਣ ਮਜੀਠੀਆ ਸਾਹਿਬ ਦੀ ਦਿੱਕਤ ਇਹ ਹੈ ਕਿ ਇਹਨਾਂ ਨੂੰ ਉਹ ਖਤਰਾ ਲੱਗਦਾ ਹੀ ਨਹੀਂ, ਕਿਉਂਕਿ ਇਹ ਤੇ 96 ਤੋਂ 2020 ਤੱਕ ਉਸ ਸਿਆਸਤ ਦਾ ਹਿੱਸਾ ਸੀਗੇ। ਸੋ ਜੇ ਤਾਂ ਇਹਨਾਂ ਨੂੰ ਖਤਰਾ ਲੱਗਦਾ ਹੁੰਦਾ ਫਿਰ ਇਹ ਗੱਲ ਨਾ ਕਰਦੇ। ਸੋ ਉਹ ਤਾਂ ਉਸ ਬ੍ਰਿਗੇਡ ਦਾ ਪਾਰਟ ਰਹੇ ਹੈ, ਇਸ ਕਰਕੇ ਉਹ ਆਪਣਾ ਸਟੈਂਡ ਲੈ ਸਕਦੇ ਆ, ਉਹ ਚੁਸਕੀ ਲੈ ਸਕਦੇ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਥੈਂਕ ਯੂ। ਸ਼ੁਕਰੀਆ ਜੀ।